ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਇੱਕ ਉਹ ਦੌਰ ਸੀ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਘਰਾਂ ਤੋਂ ਚੱਕਿਆ ਜਾਂਦਾ ਸੀ ਤੇ ਝੂਠੇ ਮੁਕਾਬਲੇ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਤੇ ਅਣਪਛਾਤੀਆਂ ਲਾਸ਼ਾਂ ਦੱਸ ਕੇ ਸੰਸਕਾਰ ਵੀ ਕਰ ਦਿੱਤੇ ਗਏ। ਫਿਰ 25,000 ਲਵਾਰਸ ਲਾਸ਼ਾਂ ਦੇ ਵਾਰਸ ਬਣੇ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੇ ਇਸ ਖੁਲਾਸੇ ਤੋਂ ਬਾਅਦ ਹਰ ਕਿਸੇ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਆਖਿਰ ਕਿੱਦਾਂ ਪੰਜਾਬ ਦੇ ਪੁਲਿਸ ਅਫਸਰ ਇੰਨੇ ਕਰੂੜ ਹੋ ਸਕਦੇ ਨੇ, ਆਖਿਰ ਕਿੱਦਾਂ ਸਰਕਾਰਾਂ ਇੰਨੀਆਂ ਗਿਰ ਸਕਦੀਆਂ ਨੇ ਕਿ ਆਪਣੀ ਸਿਆਸਤ ਵਾਸਤੇ, ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ, ਆਪਣੀਆਂ ਕੁਰਸੀਆਂ ਬਚਾਉਣ ਖਾਤਰ ਉਹ ਮਾਵਾਂ ਦੇ ਨੌਜਵਾਨ ਪੁੱਤ ਹਜ਼ਾਰਾਂ ਦੀ ਗਿਣਤੀ ਵਿੱਚ ਮਰਵਾ ਸਕਦੀਆਂ ਨੇ ਤੇ ਉਹਨਾਂ ਨੂੰ ਲਵਾਰਸ ਦੱਸ ਕੇ ਫੂਕ ਵੀ ਸਕਦੀਆਂ ਨੇ। ਉਸ ਤੋਂ ਬਾਅਦ ਜੋ ਹੋਇਆ ਤੁਸੀਂ ਸਭ ਬਾਖੂਬ ਜਾਣਦੇ ਹੋ ਕਿ 1995 ਸਤੰਬਰ ਦੇ ਮਹੀਨੇ ਦੇ ਵਿੱਚ ਹੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਹੋਈ ਇੱਕ ਗੱਲ ਹਮੇਸ਼ਾ ਜ਼ਹਿਨ ਵਿੱਚ ਰਹਿੰਦੀ ਹੈ ਕਿ ਜੇ ਦੁਸ਼ਮਣਾਂ ਦੇ ਨਾਲ ਜੂਝਣਾ ਹੈ, ਲੜਨਾ ਹੈ, ਮਰਨਾ ਹੈ ਤਾਂ ਅਜਿਹਾ ਸ਼ਹਾਦਤ ਦਾ ਜਾਮ ਪੀਓ ਕਿ ਤੁਸੀਂ ਦੂਸਰਿਆਂ ਵਾਸਤੇ ਮਿਸਾਲ ਬਣ ਜਾਓ। ਤੁਹਾਡੀ ਸ਼ਹਾਦਤ ਦੂਸਰਿਆਂ ਨੂੰ ਇੱਕ ਜੋਸ਼ ਦੇਵੇ, ਇੱਕ ਚੰਗਾ ਰਾਹ ਦੱਸੇ ਤੇ ਦੁਨੀਆ ਨੂੰ ਹਮੇਸ਼ਾ ਯਾਦ ਰਹੇ। ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਬਿਲਕੁਲ ਅਜਿਹੀ ਸ਼ਹਾਦਤ ਸੀ ਜਿਸ ਨੇ ਸਿੱਖ ਕੌਮ ਦੀਆਂ ਅੱਖਾਂ ਖੋਲ ਦਿੱਤੀਆਂ। ਤਾਂ ਹੀ ਅੱਜ ਨੌਜਵਾਨ ਵੀ ਪੰਜਾਬ ਦੇ ਇੱਕੋ ਗੱਲ ਹਿੱਕ ਠੋਕ ਕੇ ਕਹਿੰਦੇ ਨੇ ਕਿ ਕੀ ਫਰਕ ਪੈਂਦਾ ਹੈ ਕਿ ਮੈਂ ਮੰਜੇ ਤੇ ਪਿਆ ਮਰ ਜਾਵਾਂ ਜਾਂ ਕਿਸੇ ਹਾਦਸੇ 'ਚ, ਜਾਂ ਫਿਰ ਜੋ ਪਰਮਾਤਮਾ ਨੇ ਮੇਰੀ ਸੇਵਾ ਲਾਈ ਹੈ ਉਸ ਸੇਵਾ ਨੂੰ, ਉਸ ਕਾਰਜ ਲਈ ਸ਼ਹੀਦ ਹੋ ਜਾਵਾਂ। ਇਹ ਜਜ਼ਬਾ ਅੱਜ ਹਰ ਪੰਜਾਬੀ, ਹਰ ਸਿੱਖ, ਹਰ ਨੌਜਵਾਨ ਅੰਦਰ ਚਾਹੀਦਾ ਹੈ ਤਾਂ ਜੋ ਅਸੀਂ ਕੌਮ ਤੇ ਆਏ ਸੰਕਟ ਨੂੰ ਹਰਾ ਸਕੀਏ, ਦੂਰ ਕਰ ਸਕੀਏ, ਜ਼ਾਲਮਾਂ ਦਾ ਸਾਹਮਣਾ ਕਰ ਸਕੀਏ। ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਤੇ ਅੰਮ੍ਰਿਤਸਰ ਦੇ ਗੁਰੂ ਘਰ ਵਿਖੇ ਪਾਏ ਗਏ ਪਾਠ ਤੇ ਭੋਗ ਤੋਂ ਬਾਅਦ ਉੱਥੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਸੁਖ ਜਗਰਾਉਂ, ਸੁਖਵਿੰਦਰ ਪੀਪੀ, ਸਰਵਜੀਤ ਵੇਰਕਾ, ਨਾਰਾਇਣ ਸਿੰਘ ਚੌੜਾ, ਦਲਜੀਤ ਕਲਸੀ, ਜਗਜੀਤ ਖਾਲੜਾ, ਸਿਮਰਨ ਕੌਰ, ਇਹਨਾਂ ਨੇ ਆਪਣੇ ਕੀ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਜੀ ਸਮਾਈ ਵਾਹਿਗੁਰੂ ਜੀ ਪਾਸ਼ੇ ਦਸਵੇਂ ਪ੍ਰਥਮ ਭਗਤੀ ਸੁੰਦਰ ਕਾ ਤੁਹਾਰ ਅਰਜਨ ਧਰਮ ਕੰਦਨਾ ਸੁਰਮ ਸ੍ਰੀ ਧਾਰਾਈ ਸ੍ਰੀ ਖਾਲੜਾ ਕਰਮ ਵਿਦਿਆਈ ਧਾਈ ਸਤਾਈ ਦੇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਦਾਦਾ ਧਰਤੀ ਬੋਲੋ ਜੀ ਵਾਹਿਗੁਰੂ। ਧਰਮੇ ਸਿੱਧੀ ਮਨ ਬਟਾਈ ਗੋਪੀਆਂ ਮਈਆਂ ਸਤਿਆਂ ਦੀ ਜੜੀ ਆਈ ਨਾ ਚਰਾਏ ਗਏ ਗੁਰਬਾਣੀ ਸੇਵਾ ਦੀ ਬਾਣੀ ਕੀਤੀਆਂ ਧਰਮ ਰਖਾਇਆ ਸਿੱਧੀ ਕੇ ਸਾਥ ਜਸਵੰਤ ਸਿੰਘ ਖਾਲੜਾ ਜੀ ਦਾ ਬਰਸੀ ਹੈ, ਮਨਾਈ ਜਾ ਰਹੀ ਹੈ। ਕੀ ਹਾਂਜੀ, ਖਾਲੜਾ ਜੀ ਦੀ ਬਰਸੀ ਮਨਾਈ ਜਾ ਰਹੀ ਹੈ ਇੱਥੇ ਕਬੀਰ ਪਾਰਕ ਗੁਰਦੁਆਰਾ ਸਾਹਿਬ 'ਚ, ਲੇਕਿਨ ਕੈਨੇਡਾ 'ਚ ਖਾਲੜਾ ਜੀ ਦਾ ਡੇ ਜਿਹੜਾ ਵੀਕ ਜਿਹੜਾ ਮਨਾਇਆ ਜਾ ਰਿਹਾ, ਕੀ ਕਹੋਗੇ ਸਰਕਾਰਾਂ ਕਿਉਂ ਨਹੀਂ ਇਨੀਸ਼ੀਏਟਿਵ ਲੈਂਦੀਆਂ? ਨਹੀਂ ਜੀ, ਇਨੀਸ਼ੀਏਟਿਵ ਵੇਖ ਕੇ ਹੀ ਲੈਂਦੀਆਂ। ਬਾਕੀ ਗੱਲ ਹੈ ਵੀ ਇਹ ਜਿਹੜਾ ਇਸ਼ੂ ਹੈ ਇੰਟਰਨੈਸ਼ਨਲ ਲੈਵਲ ਦਾ, ਅਤੇ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਪ੍ਰਮੋਸ਼ਨ ਆ ਮੈਨੂੰ ਲੱਗਦਾ ਉਹ ਇੰਟਰਨੈਸ਼ਨਲ ਲੈਵਲ 'ਤੇ ਹੋ ਚੁੱਕੀ ਹੈ। ਪਰ ਸਾਡਾ ਇੱਥੇ ਪੰਜਾਬ ਦੇ ਵਿੱਚ ਅਸੀਂ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਵੀ ਪੰਜਾਬ ਦੇ ਲੋਕ ਜਾਂ ਸਿਆਸਤਦਾਨ ਜਾਂ ਸਾਡੇ ਧਾਰਮਿਕ ਲੋਕ ਆ ਇਹਨੂੰ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੇ, ਹੈ ਨਾ। ਅਤੇ ਪਰ ਜਿਹੜੀ ਸਰਦਾਰ ਜਸਵੰਤ ਸਿੰਘ ਦੀ ਕੁਰਬਾਨੀ ਤੁਸੀਂ ਕਹੋਗੇ ਜਾਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਦੁਨੀਆ ਦੇ ਵਰਲਡ ਲੈਵਲ 'ਤੇ ਅੱਜ ਇੰਪਰੂਵ ਹੋ ਗਿਆ।
ਤੇ ਸਾਰੀ ਦੁਨੀਆ ਜਿਹੜੀ ਕੈਨੇਡਾ ਕੀ, ਅਮਰੀਕਾ ਕੀ, ਇੰਗਲੈਂਡ ਕੀ, ਸਾਰੇ ਜਿੰਨੇ ਵੀ ਕੰਟਰੀ ਹੈਗੇ ਆ ਉਹ ਉਹਨਾਂ ਨੂੰ ਰੈਕੋਗਨਾਈਜ਼ ਕਰ ਰਹੇ ਆ। ਔਰ 6 ਦਾ ਜਿਹੜਾ ਦਿਨ ਹੈ 6 ਸਤੰਬਰ ਦਾ, ਉਹਨਾਂ ਦੀ ਐਬਡਕਸ਼ਨ 6 ਸਤੰਬਰ ਨੂੰ ਹੋਈ ਸੀ, ਇਸੇ ਨਗਰ ਤੋਂ ਹੋਈ ਸੀ, ਕਬੀਰ ਪਾਰਕ ਤੋਂ ਹੀ ਹੋਈ ਸੀ, ਸਾਡਾ ਘਰ ਇੱਥੇ ਹੀ ਆ। ਤੇ ਉਹਦੇ ਕਰਕੇ 6 ਸਤੰਬਰ ਹੈ ਜਿਹੜਾ ਵੀ ਉਹਨੂੰ ਸਾਰੀ ਵਰਲਡ ਜਿਹੜਾ ਉਹ ਰੈਕੋਗਨਾਈਜ਼ ਕਰ ਰਿਹਾ। ਤੇ ਅੱਜ ਮੈਨੂੰ ਲੱਗਦਾ ਵੀ ਜਿਹੜੀ ਪ੍ਰਮੋਸ਼ਨ ਇੱਕ ਸਟੇਟ ਲੈਵਲ ਤੇ ਹੁੰਦੀ ਹੈ, ਇੱਕ ਨੇਸ਼ਨ ਤੇ ਹੁੰਦੀ ਹੈ, ਪਰ ਜਿਹੜੀ ਸਰਦਾਰ ਜਸਵੰਤ ਸਿੰਘ ਦੀ ਰੈਕੋਗਨਾਈਜੇਸ਼ਨ ਅੱਜ ਮੈਨੂੰ ਲੱਗਦਾ ਹੈ ਵੀ ਉਹ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ। ਵੀ ਅਸੀਂ ਲੋਕ ਕਦੋਂ ਜਾਗਾਂਗੇ ਜਿਨ੍ਹਾਂ ਲਈ ਕੁਰਬਾਨੀ ਹੋਈ ਹੈ ਇੱਥੇ, ਤੇ ਉਹ ਹਜੇ ਸਮਾਂ ਦੱਸੂਗਾ। ਸਾਡੇ ਵੱਸ ਦਾ ਤਾਂ ਰੋਗ ਨਹੀਂ ਵੀ ਅਸੀਂ ਉਹਨਾਂ ਨੂੰ ਲੋਕਾਂ ਨੂੰ ਕਹੀਏ ਵੀ ਖਾਲੜਾ ਸਾਹਿਬ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਤੇ ਪ੍ਰਮਾਤਮਾ ਦੇ ਵੀ ਹੱਥ ਵੱਸ ਹੈ, ਤੇ ਸਿਆਣੇ ਲੋਕਾਂ ਦੇ, ਬੁੱਧੀਜੀਵੀਆਂ ਦੇ, ਜਾਂ ਜਿੰਨੇ ਵੀ ਕਲਚਰਡ ਲੋਕ ਹੈਗੇ ਆ ਉਹਨਾਂ ਨੂੰ ਜਸਵੰਤ ਸਿੰਘ ਦੀ ਕੁਰਬਾਨੀ ਦਾ ਪਤਾ ਹੈ। ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸੈਟੀਸਫਾਈਡ। ਮੈਂ ਜੀ ਪੁੱਛਣਾ ਚਾਹਾਂਗਾ, ਜਦੋਂ ਖਾਲੜਾ ਸਾਹਿਬ ਖੁਦ ਸੀਗੇ ਉਦੋਂ ਤਾਂ ਚਲੋ ਸੰਘਰਸ਼ ਸੀਗਾ, ਤੁਸੀਂ ਨਾਲ ਸੀਗੇ ਉਦੋਂ ਵੀ, ਹਾਂਜੀ। ਲੇਕਿਨ ਖਾਲੜਾ ਸਾਹਿਬ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦਾ ਸੰਘਰਸ਼ ਰਿਹਾ ਤੇ ਅੱਗੇ ਕਿਸ ਤਰ੍ਹਾਂ ਦਾ ਰਹੇਗਾ, ਤੁਸੀਂ ਕੀ ਸਮਝਦੇ? ਦੇਖੋ ਜੀ, ਇੱਕ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ ਜਦੋਂ 6 ਸਤੰਬਰ 1995 ਨੂੰ। ਉਸ ਦਿਨ ਤਾਂ ਮੈਂ ਜੌਬ ਤੇ ਗਈ ਸੀ, ਪਰ ਉਸ ਤੋਂ ਬਾਅਦ ਮੇਰੀ ਜਿਹੜੀ ਲਾਈਫ ਆ ਉਹ ਇੱਕਦਮ ਬਦਲ ਗਈ। ਤੇ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਕੰਮ ਹੈ ਉਹ ਸਰਦਾਰ ਜਸਵੰਤ ਸਿੰਘ ਆਪਣੀ 20 ਸਾਲ ਦੀ ਉਮਰ ਤੋਂ ਕਰਦੇ ਆ ਰਹੇ ਸੀਗੇ। ਜਿਹੜਾ ਵੀ ਸਬਜੈਕਟ ਇਸ਼ੂ ਹੁੰਦਾ ਸੀਗਾ ਉਹਦੇ 'ਤੇ ਹੀ ਕੰਮ ਕਰਦੇ ਸੀਗੇ। ਤੇ ਕੁਦਰਤ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਬਈ ਸਿੱਖ ਸੰਘਰਸ਼ ਦੇ ਵਿੱਚ ਜੋ ਜ਼ੁਲਮ ਹੋਇਆ ਹੈ ਉਹਨੂੰ ਨੰਗਿਆਂ ਕਰਨ ਲਈ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਉਹ ਇੱਕ ਲਾਜਵਾਬ ਹੈ, ਇਤਿਹਾਸ ਦੇ ਪੰਨਿਆਂ ਦੇ ਉੱਤੇ ਹਮੇਸ਼ਾ ਜਿਹੜਾ ਰਹੂਗਾ। ਬਾਕੀ ਜਿਹੜੀ ਮੇਰੀ ਲਾਈਫ ਦੀ ਗੱਲ ਕਰਦੇ ਹੋ ਵੀ ਅਸੀਂ ਤੇ ਉਸੇ ਦਿਨ ਹੀ 6 ਸਤੰਬਰ ਤੋਂ ਲੈ ਕੇ ਅਸੀਂ 7-8 ਸਤੰਬਰ ਤੱਕ ਸੁਪਰੀਮ ਕੋਰਟ ਦੇ ਰਾਹ ਪੈ ਗਏ ਸੀਗੇ। ਕਾਨੂੰਨੀ ਲੜਾਈ ਲੜਨ ਦੇ ਨਾਲ ਨਾਲ ਅਸੀਂ ਲੋਕ ਕਚਹਿਰੀ ਵਿੱਚ ਵੀ ਗਏ ਹਾਂ, ਲੋਕਾਂ ਨੂੰ ਵੀ ਦੱਸਿਆ, ਵਰਲਡ ਵਾਈਡ ਦੁਨੀਆ ਨੂੰ ਇਹ ਗੱਲ ਦੱਸੀ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ। ਜੀ ਤੁਸੀਂ ਰਾਜਨੀਤਿਕ ਵੀ ਲੜੀ ਹੈ, ਇਲੈਕਸ਼ਨਸ ਵੀ ਲੜੀ ਹੈ। ਜਸਵੰਤ ਸਿੰਘ ਖਾਲੜਾ ਜੀ ਦਾ ਕਾਫੀ ਨਾਮ ਉਦੋਂ ਵਰਤਿਆ ਗਿਆ ਸੀ ਕਿ ਸ਼ਾਇਦ ਵੋਟਾਂ ਲੈਣ ਵਾਸਤੇ, ਲੇਕਿਨ ਅੱਜ ਉਹਨਾਂ ਦੀ ਬਰਸੀ ਹੈ ਤੇ ਕੋਈ ਉਹ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਨਹੀਂ ਇੱਥੇ ਪਹੁੰਚੇ। ਨਹੀਂ ਜੀ, ਅਸੀਂ ਰਾਜਨੀਤਿਕ ਹੈ ਹੀ ਨਹੀਂ ਹੈ। ਪਤਾ ਨਹੀਂ ਲੋਕ ਸਾਨੂੰ ਕਿਉਂ ਰਾਜਨੀਤਿਕ ਸਮਝਦੇ ਆ। ਇਹ ਜਿਹੜਾ ਮੁੱਦਾ ਸੀਗਾ ਹਿਊਮਨ ਰਾਈਟਸ ਦਾ ਮੁੱਦਾ ਹੈ। ਜਸਵੰਤ ਸਿੰਘ ਨੇ ਕੰਮ ਵੀ ਹਿਊਮਨ ਰਾਈਟਸ 'ਤੇ ਕੀਤਾ ਹੈ। ਜੇ ਮੈਂ ਇਲੈਕਸ਼ਨ ਲੜੀ ਹੈ, ਸਰਦਾਰ ਜਸਵੰਤ ਸਿੰਘ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੈਂ ਕੋਰਟਾਂ ਵਿੱਚ ਜਾਊਂਗਾ, ਕੋਈ ਜੇ ਕੋਰਟਾਂ ਮੇਰੀ ਗੱਲ ਨਹੀਂ ਸੁਣਦੀਆਂ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ। ਸਾਡਾ ਵੀ ਇਹੋ ਹੀ ਮਕਸਦ ਸੀਗਾ ਵੀ ਸਭ ਤੋਂ ਪਹਿਲਾਂ ਅਸੀਂ ਕਚਹਿਰੀਆਂ ਦਾ ਰੁੱਖ ਕੀਤਾ। 20 ਸਾਲ ਅਸੀਂ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ ਆਏ ਹਾਂ। ਤੇ ਜਿਹੜਾ ਇਹ ਮੁੱਦਾ, ਇਹ ਸਿਆਸੀ ਲੋਕ ਇਹਨੂੰ ਦੱਬਣਾ ਚਾਹੁੰਦੇ ਆ, ਇੰਨਾ ਕਤਲੇਆਮ ਹੋਇਆ। ਮੇਰਾ ਮਕਸਦ ਸਿਰਫ ਇੰਨਾ ਹੀ ਸੀਗਾ, ਹਿਊਮਨ ਰਾਈਟਸ ਦੇ ਪਲੇਟਫਾਰਮ ਤੇ ਖੜ ਕੇ ਜਿਹੜਾ ਇਸ ਮੁੱਦੇ ਨੂੰ ਉਭਾਰਨਾ। ਤੇ ਤੁਸੀਂ ਵੇਖੋ ਜਿਹੜੇ ਇਹ ਇਲੈਕਸ਼ਨ ਨੇ ਇੰਨਾ ਕੰਮ ਕੀਤਾ ਕਿ ਜਸਵੰਤ ਸਿੰਘ ਦੀ ਬੱਚਾ ਅੱਜ ਤੁਸੀਂ ਅੱਜ ਵੇਖ ਲਓ ਜਿਹੜਾ ਕਿੰਨਾ ਕੁਝ ਵਰਚੁਅਲ ਹੋ ਰਿਹਾ। ਤੇ ਇਹ ਸਾਰਾ ਕੁਝ ਕਿਉਂ ਹੋ ਰਿਹਾ? ਕਿਉਂਕਿ ਆਵਾਜ਼ ਸਾਨੂੰ ਦੇਣੀ ਪਈ ਹੈ, ਮਨੁੱਖੀ ਅਧਿਕਾਰਾਂ ਦੀ ਆਵਾਜ਼ ਦੇਣੀ ਪਈ ਹੈ। ਸਾਨੂੰ ਪੋਲੀਟੀਕਲ ਬਿਲਕੁਲ ਨਾ ਸਮਝੋ, ਅਸੀਂ ਕਦੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਤੇ ਮੇਰਾ ਖਿਆਲ ਹੈ ਵੀ ਰਹਿੰਦੀ ਲਾਈਫ ਤੱਕ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕਰਨੀ। ਅਸੀਂ ਆਪਣਾ ਕੰਮ ਮਨੁੱਖੀ ਅਧਿਕਾਰਾਂ ਦੇ ਨਾਂ 'ਤੇ ਕਰਦੇ ਹਾਂ। ਜੇ ਇਲੈਕਸ਼ਨ ਲੜਨੀ ਪਈ ਤੇ ਇਹ ਸਾਡਾ ਇੱਕ ਮਕਸਦ ਸੀਗਾ ਵੀ ਇਸ ਇਸ਼ੂ ਨੂੰ ਉੱਚਾ ਲੈ ਕੇ ਜਾਣਾ। ਤੇ ਅੱਜ ਦੁਨੀਆ ਪੱਧਰ ਤੇ ਜਿਹੜੇ ਉੱਥੋਂ ਦੇ ਵੇਖੋ ਤੁਸੀਂ, ਸਟੇਟ ਵਾਈਜ਼ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕਰ ਲਿਆ। ਤੇ ਮੇ ਵੀ ਅਗਲੇ ਸਾਲ ਕੋਈ ਉਹਨਾਂ ਦੀ ਪ੍ਰੋਫਾਈਲ ਬਣ ਰਹੀ ਹੈ, ਜਸਵੰਤ ਸਿੰਘ ਖਾਲੜਾ ਦੇ ਕੰਮਾਂ ਦੀ ਪ੍ਰੋਫਾਈਲ ਬਣ ਰਹੀ ਹੈ। ਔਰ ਇਹ ਪ੍ਰੋਫਾਈਲ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਲੱਗੂਗੀ। ਤੇ ਸਾਡਾ ਕੋਈ ਪੋਲੀਟੀਕਲ ਮੋਟਿਵ ਹੀ ਨਹੀਂ ਹੈਗਾ। ਤੁਸੀਂ ਇਹਨੂੰ ਕਦੇ ਸੋਚੋ ਹੀ ਨਾ ਕਿ ਪੋਲੀਟੀਕਲ ਲੋਕ ਇੱਥੇ ਆਏ ਨਹੀਂ, ਅਸੀਂ ਪੋਲੀਟੀਕਲ ਲੋਕ ਬੁਲਾਏ ਨਹੀਂ। ਠੀਕ ਹੈ। ਅੱਜ ਸੰਬੰਧ ਵਿੱਚ ਜਿਹੜਾ ਤੁਸੀਂ ਖਾਲੜਾ ਦੇ ਸ਼ਹੀਦੀ ਦਿਹਾੜੇ ਤੇ ਆਏ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਬਾਬਾ ਜੀ, ਦੇਖੋ ਇਹ ਇੱਕ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਸ਼ਾਇਦ ਹੀ ਕੋਈ ਸਿੱਖ ਹੋਵੇ ਜਿਹੜਾ ਨਾ ਜਾਣਦਾ ਹੋਵੇ, ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਕਿ ਇੱਕ ਆਪਾਂ ਨੂੰ ਪਤਾ ਕਿ ਕੁਛ 95 ਦੀ ਸ਼ਾਇਦ ਗੱਲ ਆ, ਜਦੋਂ 95 ਸ਼ਹੀਦ ਹੋਏ ਨਾ, ਸ਼ਾਇਦ ਮੈਂ ਕਹਿੰਦਾ ਨਾ 95 ਸ਼ਹੀਦ ਹੋਏ ਸੀ ਜਾਂ ਸ਼ਹੀਦ ਕਰ ਦਿੱਤੇ ਸੀਗੇ, ਉਹ ਵੀ ਕਾਫੀ ਕੁਛ ਅੱਗੇ ਆਇਆ ਸੀਗਾ। ਸੋ ਅੱਜ ਉਹਨਾਂ ਦਾ ਜਿਹੜਾ ਉਹ ਇੱਕ ਸ਼ਹੀਦੀ ਦਿਹਾੜਾ ਸੀਗਾ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਪਹੁੰਚੇ ਸੀ ਅਸੀਂ, ਵੀਰ ਸੁੱਖ ਜਗਰਾਉਣ ਨਾਲ। ਹੋਰ ਵੀ ਕਾਫੀ ਸੰਗਤ ਆਈ, ਕਾਫੀ ਸੱਜਣ ਆਏ ਹੋਏ ਨੇ, ਵੀਰ ਪਿਆਰੇ ਜਿਹੜੇ ਉਹ ਸਰੂਰ ਨੂੰ ਪਿਆਰ ਕਰਦੇ ਨੇ। ਸੰਬੰਧ
ਮੈਂ ਗੱਲ ਕਰਨੀ ਚਾਹੂੰਗਾ, ਜਿਵੇਂ ਆਪਾਂ ਗੱਲ ਕਰਦੇ ਹਾਂ ਅੱਜ ਪਰਿਵਾਰ ਤੌਰ 'ਤੇ ਮਨਾਇਆ ਜਾ ਰਿਹਾ ਪ੍ਰੋਗਰਾਮ, ਜੇ ਆਪਾਂ ਵਿਦੇਸ਼ਾਂ ਧਰਤੀ ਦੀ ਗੱਲ ਕਰਦੇ ਹਾਂ ਤੇ ਖਾਲੜਾ ਜੀ ਦੇ ਨਾਮ ਤੇ ਪਾਰਕਾਂ ਬਣੀਆਂ ਹੋਈਆਂ, ਪਰ ਸਾਡੀਆਂ ਸਰਕਾਰਾਂ ਜਾਂ ਐਸਜੀਪੀਸੀ ਇਹੋ ਜਿਹੇ ਉਪਰਾਲੇ ਕਿਉਂ ਨਹੀਂ ਕਰ ਰਹੀਆਂ ਕਿ ਉਹਦੀ ਯਾਦ ਇੱਥੇ ਸਥਾਪਿਤ ਹੋਵੇ, ਉਹਦੇ ਪਨੀਰ ਨੂੰ ਸੇਧ ਮਿਲ ਸਕੇ? ਹਾਂਜੀ ਬਿਲਕੁਲ ਚਾਹੀਦਾ, ਜ਼ਰੂਰੀ ਹੈ ਜੀ। ਦੇਖੋ ਕਿ ਉਹ ਰੂਹ ਆ ਜਿਹਨਾਂ ਨੂੰ ਆਪਾਂ ਕਦੇ ਵੀ ਆਪਣੇ ਦਿਲਾਂ 'ਚੋਂ ਆਪਣੇ ਹਿਰਦੇ 'ਚੋਂ ਨਹੀਂ ਵਿਸਾਰ ਸਕਦੇ, ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡੇ ਕਹਿ ਲਓ ਕਿ ਇੱਕ ਦੇਣ ਕਹਿ ਲਓ ਸਿੱਖ ਪੰਥ ਨੂੰ, ਸਿੱਖ ਕੌਮ ਨੂੰ। ਇਹਨਾਂ ਨੇ ਕੁਝ ਸੱਚਾਈਆਂ ਜਿਹੜੀਆਂ ਅੱਗੇ ਲੈ ਕੇ ਆਏ ਸੀ, ਕੁਝ ਉਸ ਟਾਈਮ ਦੇ ਵਿੱਚ ਜਿਹੜੇ ਕਹਿ ਲਓ ਕਿ ਝੂਠੇ ਮੁਕਾਬਲੇ ਜਿਹੜੇ ਬਣਾਏ ਗਏ ਜਾਂ ਇਸ ਤਰ੍ਹਾਂ ਬੜਾ ਕੁਝ ਉਸ ਟਾਈਮ ਸਾਹਮਣੇ ਆਇਆ ਸੀਗਾ, ਔਰ ਉਸ ਚੀਜ਼ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਿਹੜਾ ਉਜਾਗਰ ਕੀਤਾ ਸੀ ਉਸ ਟਾਈਮ 'ਤੇ ਉਸੇ ਵਜ੍ਹਾ ਕਰਕੇ, ਉਸੇ ਕਾਰਨ ਕਰਕੇ ਸ਼ਾਇਦ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਇਸੇ ਜਿਹੜੀ ਗਿਣਤੀ ਸੀ ਉਹਨਾਂ ਦੀ ਇੱਕ ਗਿਣਤੀ ਇਹਨਾਂ ਨਾਲ ਵਧਾ ਦਿੱਤੀ ਗਈ ਸੀ। ਉਹ ਇਸ ਤਰ੍ਹਾਂ ਦਾ ਹਾਲਾਤ ਉਸ ਟਾਈਮ ਬਣ ਗਏ ਸੀ। ਪਰ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਸਾਡੀਆਂ ਵੈਸਲੀਆਂ ਵਾ, ਜੇ ਬਾਹਰਲੀਆਂ ਸਰਕਾਰਾਂ ਦੀ ਗੱਲ ਕਰਦੇ ਤਾਂ ਖਾਲੜਾ ਦੇ ਨਾਮ ਤੇ ਪਾਰਕਾਂ ਬਣਾ ਰਹੀਆਂ, ਸਾਡੀ ਐਸਜੀਪੀਸੀ ਨੁਮਾਇੰਦੇ ਵੀ ਇਹੋ ਜਿਹਾ ਕੰਮ ਕਰ ਰਹੇ ਤੇ ਸਾਡੀਆਂ ਸਰਕਾਰਾਂ ਵੀ ਖਾਲੜਾ ਜੀ ਦੀ ਯਾਦ ਦੇ ਵਿੱਚ ਕੁਝ ਵੀ ਇਹੋ ਜਿਹਾ ਕੰਮ ਨਹੀਂ ਕਰ ਰਹੀਆਂ? ਦੇਖੋ ਐਸਜੀਪੀਸੀ ਇੱਕ ਸਿੱਖਾਂ ਦੀ ਸਰਬੌਰ ਸੰਸਥਾ, ਉਹ ਫਰਜ਼ ਤਾਂ ਬਣਦਾ, ਕੋਈ ਸ਼ੱਕ ਨਹੀਂ ਦੇ ਵਿੱਚ। ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਨਾਮ ਤੇ ਕੁਝ ਪਾਰਕ, ਕੋਈ ਮਿਊਜ਼ੀਅਮ ਇਸ ਤਰ੍ਹਾਂ ਕੁਝ ਬਣ ਜਾਵੇ ਜਿਹਦਾ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਜਿਹੜੀ ਨੌਜਵਾਨੀ ਆ, ਜਿਹੜੇ ਆਉਣ ਵਾਲੇ ਜਿਹੜੇ ਆਪਣੇ ਕੋਈ ਸਿੱਖ ਕੌਮ ਨੂੰ ਇਸ ਚੀਜ਼ ਦਾ ਪਤਾ ਰਹੇ, ਕੋਈ ਯਾਦ ਰਹੇ ਕਿ ਇੱਕ ਭਾਈ ਜਸਵੰਤ ਸਿੰਘ ਖਾਲੜਾ ਜੀ ਸੀਗੇ ਜਿਨ੍ਹਾਂ ਨੇ ਇਹਨਾਂ ਨੇ ਕਿ ਆ ਜਿਹੜਾ ਸੀਗਾ ਇਸ ਕੰਮ ਵਾਸਤੇ ਜਿਹੜੀ ਆਪਣੀ ਸ਼ਹਾਦਤ, ਜਿਹੜੀ ਆਪਣੀ ਜ਼ਿੰਦਗੀ, ਆਪਣੇ ਜੀਵਨ ਦੀ ਆਹੂਤੀ ਦਿੱਤੀ ਸੀ। ਸੁਖ ਜਗਰਾਉਂ ਤੁਹਾਡੇ ਨਾਲ ਆ, ਤੁਸੀਂ ਹਮੇਸ਼ਾ ਸਮਾਵਾਂ ਵਾਸਤੇ ਵੀ ਚਿੰਤਤ ਰਹਿੰਦੇ ਹੋ, ਲੋਕਾਂ ਦੇ ਵਿੱਚ ਵਿਚਰਦੇ ਹੋ। ਕਾਫੀ ਸਮੇਂ ਤੋਂ ਨਾ ਵਾਦ ਵਿਵਾਦ ਬਣਿਆ ਜੋ ਸੇਵਾਵਾਂ ਹੋ ਰਹੀਆਂ, ਜਿਵੇਂ ਗੋਲਡ ਜੀ ਦਾ ਨਾਮ ਆ ਰਿਹਾ, ਪੁਨੀਤ ਜੀ ਦਾ ਨਾਮ ਆ ਰਿਹਾ, ਕਿਉਂਕਿ ਸੇਵਾ ਤਾਂ ਅਕਸਰ ਲੋਕਾਂ ਦੇ ਵਿੱਚ ਕਰਦੇ ਆ, ਪਰ ਜੋ ਹਿਸਾਬ ਕਿਤਾਬ ਦੀਆਂ ਗੱਲਾਂ ਹੁੰਦੀਆਂ ਤੇ ਚਰਚਾ ਕਿਉਂ ਹੋ ਰਹੀ ਆ? ਤੁਹਾਨੂੰ ਲੱਗਦਾ ਨਹੀਂ ਕਿ ਇਹਨੂੰ ਹਿਸਾਬ ਕਿਤਾਬ ਦੇ ਦੇਣਾ ਚਾਹੀਦਾ ਤੇ ਇਹ ਜਿਹੜੀਆਂ ਦੁਬਿਧਾਵਾਂ ਦੂਰ ਕਰ ਦੇਣੀਆਂ ਚਾਹੀਦੀਆਂ? ਹਾਂਜੀ ਕਾਫੀ ਦੇਖੋ 1.5 ਮਹੀਨੇ ਤੋਂ ਕਾਫੀ ਰੌਲਾ ਪਿਆ ਇਸ ਚੀਜ਼ ਦਾ, ਔਰ ਕਿਸੇ ਹੱਦ ਤੱਕ ਗੋਲਡ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣਾ ਹਿਸਾਬ ਸਾਹਮਣੇ ਲੈ ਕੇ ਆਉਣ ਦੀ, ਪਰ ਉਹ ਪਬਲਿਕ ਨੂੰ, ਜਨਤਾ ਨੂੰ ਉਹਨਾਂ ਉਹਦੇ ਨਾਲ ਸਹਿਮਤ ਨਹੀਂ ਹੋਏ, ਕਿਉਂਕਿ ਉਹ ਕਹਿੰਦੇ ਸਾਨੂੰ ਇਹ ਚਾਹੀਦਾ ਕਿ ਕਿਹੜੇ ਆਏ ਔਰ ਕਿਹੜੇ ਲੱਗੇ ਥੋੜ੍ਹਾ ਕਲੀਅਰ ਹੋ ਜਾਵੇ। ਕੱਲ੍ਹ ਜਾਂ ਪਰਸੋਂ ਸ਼ਾਇਦ ਉਹਨਾਂ ਨੇ ਇਸੇ ਵਿਸ਼ੇ 'ਤੇ ਹੋ ਕੇ ਆਪਣੀ ਕਲੀਅਰ ਦਿੱਤੀ, ਆਪਣੀ ਸਫਾਈ ਦਿੱਤੀ ਹੈ, ਔਰ ਸੰਗਤ ਤੋਂ ਮਾਹੀ ਇਸ ਚੀਜ਼ ਦੀ ਮੰਗੀ ਕਿ ਸ਼ਾਇਦ ਉਹਨਾਂ ਕੋਲ ਇਸ ਚੀਜ਼ ਦੀ ਪਾਰਦਰਸ਼ਤਾ ਨਹੀਂ ਰੱਖੀ ਗਈ, ਜਦੋਂ ਕਿ ਕੁਛ ਜਿਹੜੇ ਸਵਾਲ ਸੀ ਲੋਕਾਂ ਦੇ, ਸਵਾਲ ਇਹ ਸੀ ਕਿ ਜਿਹੜੇ ਪੈਸੇ ਆਏ ਕਿੰਨੇ ਦੇ ਲੱਗੇ ਕਿੰਨੇ, ਸੰਗਤ ਇਹ ਚੀਜ਼ ਪੁੱਛ ਰਹੀ ਸੀ। ਪਰ ਜੇ ਸੰਗਤ ਦਿੰਦੀ ਆ, ਕੋਈ 1 ਪਾਉਂਡ ਦਿੰਦਾ, ਕੋਈ 1 ਰੁਪਈਆ ਦਿੰਦਾ, ਦੇਣਦਾਰ ਤੇ ਹੋ ਜਾਂਦੇ ਆ, ਅਸੀਂ ਕਿਉਂ ਨਹੀਂ ਹਿਸਾਬ ਕਿਉਂ ਨਹੀਂ ਰੱਖਿਆ ਜਾਂਦਾ? ਇਹ 'ਚ ਗਲਤੀਆਂ ਕਿੱਥੇ ਕਹਿ ਸਕਦੇ ਹਾਂ? ਇਹਦੇ ਸਭ ਤੋਂ ਵੱਡੀ ਗਲਤੀ ਆ ਜੀ, ਮੈਂ ਜਿਹੜੀ ਤਾਂ ਮੈਂ ਜਾਣਦਾ ਸਭ ਤੋਂ ਵੱਡੀ ਗਲਤੀ ਆ ਜਿਹੜੇ ਪੈਸੇ ਦਿੰਦੇ। ਦੇਖੋ ਮੈਂ ਮੈਨੂੰ 2 ਲੱਖ 4 ਲੱਖ 10 ਲੱਖ ਵੀ ਮੈਂ ਤਾਂ ਪੈਸੇ ਲੈ ਹੀ ਲੈਣੇ, ਪੈਸੇ ਦੇਣ ਵਾਲੇ ਮੈਂ ਤੇ ਜਿਹੜੇ ਮੇਰੇ ਵੀਰ ਦਸਵੰਧ ਕੱਢਦੇ, ਚਾਹੇ NRI ਨੇ, ਚਾਹੇ ਕੋਈ ਪੰਜਾਬ ਤੋਂ ਬਾਹਰੋਂ, ਮੈਂ ਇੱਕੋ ਬੇਨਤੀ ਹਮੇਸ਼ਾ ਕਰਦਾ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ, ਤੁਸੀਂ ਰਾਤ ਦਿਨ ਜਾਗਦੇ ਹੋ, ਸ਼ਿਫਟਾਂ ਲਾਉਂਦੇ ਹੋ, ਔਰ ਉਹਦੇ ਵਿੱਚੋਂ ਤੁਸੀਂ ਦਸਵੰਧ ਕੱਢਦੇ ਹੋ ਇੱਕ ਲੋੜਵੰਦ ਵਾਸਤੇ। ਜੇ ਤੁਹਾਡਾ ਦਸਵੰਧ ਕੱਢਿਆ ਲੋੜਵੰਦ ਤੱਕ ਗਿਆ ਨਾ, ਤੁਹਾਨੂੰ ਫਾਇਦਾ ਕੀ ਉਸ ਚੀਜ਼ ਦਾ? ਬਿਹਤਰ ਇਹ ਹੈ ਕਿ ਤੁਸੀਂ ਉਹ, ਜੇ ਮੈਂ ਫਰਜ਼ ਕਰ ਲਓ ਮੈਂ ਆ ਜਾਂ ਮੇਰੇ ਸੁਖਵੀਰ ਨੇ ਪੋਸਟ ਪਾਤੀ ਹੈ, ਤੁਸੀਂ ਮੇਰੇ ਤੋਂ ਪਰਿਵਾਰ ਦਾ ਨੰਬਰ ਤਾਂ ਲੈ ਸਕਦੇ ਹੋ ਨਾ, ਮੇਰੇ ਕੋਲ ਪਰਿਵਾਰ ਦਾ ਪਤਾ ਮੈਨੂੰ, ਪਰਿਵਾਰ ਦਾ ਐਡਰੈਸ ਪਤਾ ਮੈਨੂੰ, ਪਰਿਵਾਰ ਦਾ ਨੰਬਰ ਪਤਾ ਮੈਨੂੰ, ਪਰਿਵਾਰ ਦਾ ਅਕਾਊਂਟ ਨੰਬਰ ਪਤਾ ਮੈਨੂੰ, ਤੁਸੀਂ ਮੇਰੇ ਤੋਂ ਲਓ, ਪਰਿਵਾਰ ਦੇ ਅਕਾਊਂਟ 'ਚ ਕੋਈ ਘੱਟੋ ਘੱਟ ਪਰਿਵਾਰ ਤੱਕ ਜਿਹੜੀ ਸਿੱਧੀ ਸਹਾਇਤਾ ਪਹੁੰਚ ਜਾਵੇ, ਉਹਨਾਂ ਅੱਗੇ ਭੇਜੀ ਹੋਈ ਜਿਹੜੀ ਰਾਸ਼ੀ ਹੈ ਕੋਈ ਸਹਾਇਤਾ ਉਹ ਵਸਤੇ 'ਚ ਰਹੇ। ਇਹ ਵੀ ਮੁਸ਼ਕਲ ਨਹੀਂ ਲੱਗਦੀ ਕਿਉਂਕਿ ਇੱਕ ਪਰਿਵਾਰ ਭੇਜਣ ਵਾਲਾ ਹੁੰਦਾ, ਇੱਕ ਦੇਣ ਵਾਲਾ, ਤੇ ਮਾਧਿਅਮ ਵਿੱਚ ਸੁਖਵਿੰਦਰ ਵਰਗੇ ਵੀ ਹੋ ਸਕਦੇ ਆ, ਗੋਲਡੀ ਵਰਗੇ ਵੀ ਹੋ ਸਕਦੇ ਆ, ਅਨੇਕਾਂ ਜਥੇਬੰਦੀਆਂ ਹੈਗੀਆਂ ਸਰਗਰਮੀ ਦੀਆਂ ਸੇਵਾ ਵੀ ਕਰਦੀਆਂ, ਅਨੇਕਾਂ ਵੀਰ ਤੁਹਾਡੇ ਅੱਗੇ। ਤੁਹਾਨੂੰ ਲੱਗਦਾ ਨਹੀਂ ਜੇ ਸਹੀ ਥਾਵਾਂ ਤੇ ਲੱਗੇ ਤੇ ਜਿਹੜੇ ਵਿਚੋਲੇ ਦੀ ਭੂਮਿਕਾ ਹੀ ਸਹੀ ਹੋਵੇ, ਕਿਉਂਕਿ ਵਿਚੋਲਗਿਰੀ ਆਪਾਂ ਕਹਿ ਸਕਦੇ ਇੱਕ ਵਧੀਆ ਭੂਮਿਕਾ ਨਿਭਾ ਸਕਦੇ ਹੋਈਏ? ਦੇਖੋ ਵਿਚੋਲਾ ਚੰਗਾ ਹੋਵੇ ਨਾ ਤੇ ਰਿਸ਼ਤਾ ਸੋਹਣਾ ਜੁੜ ਜਾਂਦਾ, ਸਹੀ ਗੱਲ ਆ ਨਾ। ਤੇ ਜੇ ਵਿਚੋਲਾ ਹੀ ਬੇਈਮਾਨ ਹੋ ਜੇ ਤੇ ਫਿਰ ਦੋਨਾਂ ਪਾਸਿਆਂ ਤੋਂ ਪਰਦਾ ਰੱਖਣਾ ਹੁੰਦਾ, ਇਸ ਸਿਰੇ ਤੋਂ ਵੀ ਤੇ ਇਸ ਸਿਰੇ ਤੋਂ ਵੀ। ਸੋ ਇਸ ਤਰ੍ਹਾਂ ਮੈਂ ਤੇ ਹਮੇਸ਼ਾ ਇਹ ਗੱਲ ਕਹਿੰਦਾ ਵੀ ਠੀਕ ਆ ਵਿਚੋਲੇ ਨੂੰ ਲਓ ਵਿੱਚ, ਲੇਕਿਨ ਵਿਚੋਲੇ ਥਰੂ ਗੱਲ ਸਿੱਧੀ ਪਰਿਵਾਰ ਨਾਲ ਕਰ ਲਓ, ਮੈਂ ਤੇ ਗੱਲ ਕਹਿੰਦਾ। ਬਿਲਕੁਲ ਧੰਨਵਾਦ ਜੀ। ਸੁਖ ਜੀ ਥੋੜ੍ਹਾ ਤੁਸੀਂ ਸੁਖ ਜੀ ਅੱਜ ਤੁਸੀਂ ਵੀ ਖਾਲੜਾ ਜੀ ਦੇ ਸ਼ਹੀਦੀ ਸਮਾਗਮ ਤੇ ਆਏ ਹੋ, 25 ਸਾਲ ਹੋ ਚੁੱਕੇ ਆ ਤੇ 25,000 ਲਾਸ਼ਾਂ ਦਾ ਵਾਰ ਜਿਹੜਾ ਬਣਿਆ ਸੀ ਜੀ, ਆਪ ਹੀ 25,000 ਇੱਕ ਲਾਸ਼ ਬਣ ਕੇ ਤੁਰ ਗਿਆ ਜਹਾਨ ਤੋਂ, ਪਰ ਅਜੇ ਤੱਕ ਮੈਨੂੰ ਲੱਗਦਾ ਕਿ ਉਹਦਾ ਖਮਿਆਜਾ ਹੀ ਭੁਗਤ ਰਹੇ ਆ, ਇਨਸਾਫ ਨਹੀਂ ਮਿਲ ਰਿਹਾ। ਜੇ ਆਪਾਂ ਗੱਲ ਕਰੀਏ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ, ਤਾਂ ਮੈਂ ਕਹਿੰਦਾ ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਅਜਿਹੇ ਇਨਸਾਨ ਸੀ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਇਆ, ਲੋਕਾਂ ਨੂੰ ਜਾਗਰਤ ਕੀਤਾ ਕਿ ਮਨੁੱਖੀ ਅਧਿਕਾਰ ਕੀ ਨੇ, ਹਿਊਮਨ ਰਾਈਟਸ ਕੀ ਨੇ।
ਸੋ ਇੱਕ ਮੁਜੱਸਮਾ ਕਹਿ ਸਕਦੇ ਹਾਂ ਭਾਈ ਖਾਲੜਾ ਜੀ ਨੂੰ। ਸੋ ਇਸ ਲਈ ਅੱਜ ਸਾਰੇ ਇੱਥੇ ਅਸੀਂ ਪਹੁੰਚੇ ਆ, ਉਹਨਾਂ ਨੂੰ ਅੱਜ ਬਰਸੀ ਆ, ਉਹਨਾਂ ਨੂੰ ਸਜਦਾ ਕਰਨ। ਸਾਡੇ ਨਾਲ ਐਡਵੋਕੇਟ ਹਾਕਮ ਹਾਈ ਕੋਰਟ ਤੋਂ ਬਾਈ ਦੀਪ ਸਿੱਧੂ, ਬੰਬੇ ਤੋਂ ਐਕਟਰ ਬਾਈ ਦਲਜੀਤ ਕਲਸੀ ਐਕਟਰ, ਐਡਵੋਕੇਟ ਸਿਮਰਨ ਗਿੱਲ ਅਤੇ ਹੋਰ ਵੀ ਪਤਵੰਤੇ ਬਾਈ ਸੁਖਵਿੰਦਰ, ਗੁਰਚੇਤ ਚਿੱਤਰਕਾਰ ਸਾਰੇ ਪਹੁੰਚੇ ਨੇ। ਕਾਰਨ ਇਹ ਹੈ ਕਿ ਇੱਦਾਂ ਦੇ ਜਿਹਨੇ ਕੌਮ ਲਈ, ਜਿਹਨੇ ਪੰਜਾਬ ਲਈ ਇੱਦਾਂ ਦੀਆਂ ਸ਼ਹਾਦਤ ਦਿੱਤੀ ਹੋਵੇ, ਕਿਉਂਕਿ ਤਸੀਹੇ ਦੇ ਕੇ ਸਰਦਾਰ ਖਾਲੜਾ ਜੀ ਨੂੰ ਸ਼ਹੀਦ ਕੀਤਾ ਗਿਆ। ਸੋ ਇਹ ਇਦੋਂ ਵੱਡੀ ਕੁਰਬਾਨੀ ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਵਿੱਚ ਕੋਈ ਕੁਰਬਾਨੀ ਹੋਵੇਗੀ। ਜੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਟਾਰਟਿੰਗ ਕਰਨ ਵਾਲੇ ਹੀ ਭਾਈ ਖਾਲੜਾ ਜੀ ਸਨ। ਸੋ ਇਸ ਲਈ ਅੱਜ ਇੱਥੇ ਪਹੁੰਚੇ ਹਾਂ ਅਤੇ ਸਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਕਿ ਬਣਦਾ ਮਾਣ ਸਤਿਕਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਦਿੱਤਾ ਜਾਵੇ। ਹਮੇਸ਼ਾ ਹੀ ਚਰਚਿਤ ਰਹੀ ਆ ਖਾਕੀ ਵਰਦੀ, ਜੇ ਆਪਾਂ ਉਦੋਂ ਦੀ ਗੱਲ ਕਰਦੇ ਆ ਤੇ ਹੁਣ ਦੇ ਚਿਹਰਿਆਂ ਦੇ ਵਿੱਚ ਵੀ, ਤੇ ਸੁਮੇਧ ਸੈਣੀ ਵਰਗੇ ਵੱਡੇ ਚਿਹਰੇ ਸਾਹਮਣੇ ਆ ਰਹੇ ਆ, ਕਿਉਂਕਿ ਇਹੋ ਹੀ ਗੱਲ ਖਾਲੜਾ ਜੀ ਨੇ ਉਦੋਂ ਕਹੀ ਸੀ ਤੇ ਅੱਜ ਉਹ ਸੱਚਾਈ ਸਾਹਮਣੇ ਆ ਰਹੀ ਆ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਰਿਹਾ। ਪਰ ਕਿਤੇ ਨਾ ਕਿਤੇ ਵਰਦੀ ਜ਼ਰੂਰ ਘੇਰੇ ਦੇ ਵਿੱਚ ਆ ਜਾਂਦੀ ਹੈ। ਬਿਲਕੁਲ ਬਿਲਕੁਲ, ਇਹ ਤੁਹਾਡੀ ਗੱਲ ਜਾਇਜ਼ ਹੈ, ਮੈਂ ਮੰਨਦਾ ਹਾਂ। ਹੁਣ ਵੀ ਸੈਣੀਅਰਾਂ ਦਾ ਪਤਾ ਲੱਗਿਆ, ਹੁਣ ਆਪਦੀ ਸਿਕਿਉਰਿਟੀ ਛੱਡ ਕੇ ਫਰਾਰ ਹੋ ਗਏ ਨੇ। ਜੈਡ ਸਿਕਿਉਰਿਟੀ ਹੋਵੇ ਤਾਂ ਇਨਸਾਨ ਫਰਾਰ ਹੋ ਜਾਵੇ, ਇਹ ਸਾਡੇ ਸਿਸਟਮ ਦੀਆਂ ਪੋਲਾਂ ਖੋਲ੍ਹਦੀਆਂ ਗੱਲਾਂ ਨੇ। ਇਹ ਸ਼ਾਇਦ ਜੇ ਕੋਈ ਬਾਹਰਲਾ ਦੇਸ਼ ਹੁੰਦਾ ਤਾਂ ਇਹੋ ਜਿਹੀ ਗੱਲ ਦੇਖਣ ਨੂੰ ਨਾ ਮਿਲਦੀ। ਤੁਸੀਂ ਗੱਲ ਕੀਤੀ ਖਾਕੀ ਦੀ, ਬਾਈ ਸੁਖਵਿੰਦਰ ਵੀ ਪੁਲਿਸ 'ਚ ਇੰਨੇ ਸਾਲ ਜੌਬ ਕੀਤੀ ਹੈ, ਬਾਈ ਹੁਣੇ ਵੀ ਛੱਡ ਕੇ ਆਏ ਨੇ। ਸੋ ਸਾਡੇ ਅੰਦਰ ਅਸੀਂ ਕਿੱਦਾਂ ਦਾ ਇਨਸਾਨ ਵਸਾ ਰੱਖਿਆ, ਸਾਡੇ ਅੰਦਰ ਗੁਰਬਾਣੀ ਹੈ ਜਾਂ ਸਾਡੇ ਅੰਦਰ ਮਨਮੱਤ ਹੈ, ਉਹ ਕਿੱਦਾਂ ਦਾ ਹੈ, ਜਿਹਦੇ ਨਾਲ ਸਾਨੂੰ ਇਹ ਵਿਚਾਰ ਆਉਂਦੇ ਨੇ ਵੀ ਅਸੀਂ ਆਪਦੀ ਡਿਊਟੀ ਕਿੱਦਾਂ ਦੀ ਕਰਨੀ ਹੈ। ਖਾਕੀ ਹਰ ਵਾਰ ਦਾਗਦਾਰ ਹੁੰਦੀ ਹੈ। ਤੁਸੀਂ ਅੱਜ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਵੀਡੀਓਜ਼ ਆਉਂਦੀਆਂ ਨੇ ਲੋਕਾਂ ਨੂੰ ਕੁੱਟਦਿਆਂ ਦੀਆਂ। ਆਹ ਲੋਕਡਾਊਨ ਦੇ ਵਿੱਚ ਕੀ ਕੁਛ ਕੀਤਾ ਗਿਆ ਸਾਡੇ ਸਿਸਟਮ ਦੇ ਨਾਲ, ਸਾਡੇ ਆਮ ਲੋਕਾਂ ਦੇ ਨਾਲ, ਇਹਨਾਂ ਖਾਕੀ ਵਰਦੀ ਵਾਲਿਆਂ ਵੱਲੋਂ। ਸੋ ਇਹੀ ਬੇਨਤੀ ਹੈ ਕਿ ਤੁਸੀਂ ਪਰਮਾਤਮਾ ਨੂੰ ਜਾਣ ਦੇਣੀ ਹੈ ਯਾਰ, ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਘੱਟੋ ਘੱਟ ਆਪਦੀ ਵਰਦੀ ਦਾ ਖਿਆਲ ਜ਼ਰੂਰ ਕਰਿਆ ਕਰੋ ਜੀ। ਸੁਮੇਧ ਸੈਣੀ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਇੱਕ ਟਾਈਮ ਸੀ ਉਹ ਡੀਜੀਪੀ ਤੇ ਅੱਜ ਉਹ ਆਪਣੀ ਪੁਲਿਸ ਦੇ ਕੋਲੋਂ ਹੀ ਭੱਜ ਰਿਹਾ। ਯਕੀਨ ਨਹੀਂ ਹੈਗਾ ਫਿਰ ਡੀਜੀਪੀ ਹੋਣ ਦਾ ਕੀ ਸੀ? ਬੇਸ਼ੱਕ ਉਹ ਸਾਬਕਾ ਹੋਵੇ ਭਾਵੇਂ ਹੋਣ ਵਾਲਾ ਹੋਵੇ, ਉਹਨੂੰ ਯਕੀਨ ਨਹੀਂ ਕਿ ਮੈਨੂੰ ਜੇ ਫੜ ਲੈਣਗੇ ਤੇ ਕੀ ਹੋ ਸਕਦਾ। ਬਾਈ ਜੀ ਸਰਕਾਰਾਂ ਦੀ ਮਿਲੀ ਭੁਗਤ ਹੈ। ਦੇਖੋ ਤੁਸੀਂ ਵੀ ਮੀਡੀਆ ਪਰਸਨ ਹੋ, ਮੈਂ ਵੀ ਮੀਡੀਆ 'ਚ ਇੰਨਾ ਸਮਾਂ ਕੰਮ ਕੀਤਾ ਹੈ। ਸਰਕਾਰਾਂ ਦੀ ਮਿਲੀ ਭੁਗਤ ਹੈ। ਨਹੀਂ ਸਰਕਾਰ ਚਾਹਵੇ, ਗੌਰਮੈਂਟ ਕਿਹਨੂੰ ਕਹਿੰਦੇ ਨੇ, ਜਿਹਨੂੰ ਮਿੰਟ ਦੀ ਗੌਰ ਹੋਵੇ, ਅਤੇ ਗੌਰਮੈਂਟ ਨੂੰ ਇਹ ਵੀ ਪਤਾ ਹੁੰਦਾ ਕਿ ਫਲਾਨਾ ਬੰਦਾ ਭੁੱਕੀ ਵੇਚਦਾ, ਫਲਾਨਾ ਇਹ ਵੇਚਦਾ, ਕਿੱਥੇ ਵੇਚਦਾ, ਕੀ ਹੈ, ਸਾਰਾ ਕੁਝ ਪਤਾ ਹੁੰਦਾ ਪੁਲਿਸ ਨੂੰ। ਇਹ ਤਾਂ ਇੱਕ ਸਾਡੀਆਂ ਅੱਖਾਂ 'ਤੇ ਪੱਟੀ ਆਪਾਂ ਕਹਿ ਦਈਏ ਲਪੇਟ ਕੇ ਉਹਨਾਂ ਨੂੰ ਇਹ ਕਹਿਣ ਦੀ ਗੱਲ ਹੈ ਕਿ ਸਾਨੂੰ ਨਹੀਂ ਪਤਾ। ਇੱਕ ਡੀਜੀਪੀ ਨਾਂ ਦਾ ਅਧਿਕਾਰੀ ਆਪਦੇ ਕੋਠੀ 'ਚੋਂ ਆਪਦੇ ਘਰੋਂ ਫਰਾਰ ਹੋ ਕੇ ਕਿਹਾ, ਇਹ ਕਹਿਦਾ ਮੀਡੀਆ ਸਾਹਮਣੇ ਆ ਜਾਵੇ ਕਿ ਉਹ ਲੱਭ ਨਹੀਂ ਰਿਹਾ। ਸੋ ਇਦੋਂ ਹਾਸੋਹੀਣੀ ਗੱਲ ਜਾਂ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਕੀ ਹੋ ਸਕਦੀ ਹੈ। ਸਭ ਰਲੇ ਨੇ ਜੀ, ਰਲੀਆਂ ਮਿਲੀਆਂ ਸਾਜ਼ਿਸ਼ਾਂ ਨੇ। ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਢਕਵਾਂਜ ਸ਼ਾਇਦ ਦੇਖਣ ਨੂੰ ਮਿਲੂਗਾ। ਹੋ ਸਕਦਾ ਸੈਣੀ ਗ੍ਰਿਫਤਾਰੀ ਨਾ ਹੋਵੇ, ਇਸੇ ਤਰੀਕੇ ਬੇਲ ਲੈ ਕੇ ਬਾਹਰੋਂ ਬਾਹਰ ਹੀ ਕੋਈ ਇੱਦਾਂ ਦਾ ਹੋਰ ਮੁੱਦਾ ਉਠਾ ਦਿੱਤਾ ਜਾਵੇ ਕਿ ਇਹ ਮੁੱਦਾ ਆਮ ਲੋਕਾਂ ਤੋਂ ਅੱਖੋਂ ਪਰੋਂ ਕਰ ਦਿੱਤਾ ਜਾਵੇ ਜੀ। ਵੇਰਕਾ ਸਾਹਿਬ ਆਪਣਾ ਥੋੜਾ ਇੰਟਰੋ ਦੇ ਦਿਓ ਤੇ ਆਪਣਾ ਅੱਜ ਜਿਹੜਾ ਡੇ ਮਨਾਇਆ ਜਾ ਰਿਹਾ ਖਾਲੜਾ ਡੇ, ਕੈਨੇਡਾ ਨੂੰ ਅੱਜ 6 ਤਰੀਕ ਨੂੰ ਇਹ ਖਾਲੜਾ ਡੇ ਅਨਾਉਂਸ ਕੀਤਾ ਗਿਆ ਤੇ ਅੱਜ ਪੰਜਾਬ 'ਚ ਕੋਈ ਇਸ ਤਰ੍ਹਾਂ ਦਾ ਕੋਈ ਅਨਾਉਂਸਮੈਂਟ ਨਹੀਂ ਹੋਇਆ, ਕੀ ਕਹਿਣਾ ਚਾਹੁੰਦੇ? ਦੇਖੋ ਮੈਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਿਹਦੇ ਚੇਅਰਮੈਨ ਹੈ ਜਸਟਿਸ ਜੀਤ ਸਿੰਘ ਬੈਂਸ ਹੈ, ਉਹਨਾਂ ਵੱਲੋਂ ਆਇਆ ਵਾਂ। ਸਾਡੀ ਸੰਸਥਾ ਜਿਹੜੀ ਹਮੇਸ਼ਾ ਹੀ ਜਸਵੰਤ ਸਿੰਘ ਖਾਲੜਾ ਜੀ ਨੂੰ ਹਮੇਸ਼ਾ ਹੀ ਜਿਹੜੀ ਉਹਨਾਂ ਨੂੰ ਸਲਾਮ ਕਰਦੀ ਰਹੀ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸ਼ਖਸੀਅਤ ਨੂੰ। ਤੇ ਹਮੇਸ਼ਾ ਹੀ ਅਸੀਂ ਸ਼ੁਰੂ ਤੋਂ ਹੀ ਚਾਹੁੰਦੇ, ਕਿਉਂਕਿ ਜਸਵੰਤ ਸਿੰਘ ਖਾਲੜਾ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸੈਕਟਰੀ ਸੀ। ਜਦੋਂ ਉਹਨਾਂ ਨੇ ਸਾਰਾ ਲਵਾਰਸ ਲਾਸ਼ਾਂ ਦਾ ਕੇਸ ਚੁੱਕਿਆ, ਝੂਠੇ ਮੁਕਾਬਲਿਆਂ ਵਾਲੇ ਕੇਸ ਚੁੱਕੇ, ਜਿਹੜੇ 92 ਤੱਕ ਜਿਹੜੇ ਹੈਗੇ, 84 ਤੋਂ 92 ਤੱਕ ਜਿਹੜਾ ਪੀਰੀਅਡ ਸੀ। ਪਰ ਬੜੀ ਸ਼ਰਮ ਦੀ ਗੱਲ ਹੈ ਵੀ ਨਾ ਤੇ ਅਕਾਲੀ ਦਲ ਬਾਦਲ ਵੱਲੋਂ ਤੇ ਨਾ ਹੀ ਜਿਹੜਾ ਵਾ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਅੱਜ ਤੱਕ 25 ਸਾਲਾਂ 'ਚ ਕੋਈ ਰਿਕਗਨਾਈਜ਼ ਕੀਤਾ। ਤੇ ਅੱਜ ਸਿਰਫ ਸਾਨੂੰ ਇੱਕ ਹੁਣੇ ਮੈਸੇਜ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਉਹਨਾਂ ਨੇ ਅੱਜ ਜਿਹੜਾ ਇਹ ਗੱਲ 'ਤੇ ਜਿਹੜੀ ਆਪਣੀ ਚੁੱਪੀ ਤੋੜੀ ਹੈ ਤੇ ਪਹਿਲੀ ਵਾਰੀ ਉਹਨਾਂ ਨੇ ਰੈਕੋਗਨਾਈਜ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਜਿਹੜਾ ਰੈਕੋਗਨਾਈਜ਼ ਕੀਤਾ ਵਾ ਤੇ ਉਹਨਾਂ ਨੂੰ ਮਾਨਤਾ ਦਿੱਤੀ ਹੈ। ਪਰ ਅਸੀਂ ਇਹ ਸੋਚਦੇ ਵੀ ਆਪਾਂ ਨੂੰ ਇਹੋ ਜਿਹੀ ਸ਼ਖਸੀਅਤਾਂ ਦੀ ਕੋਈ ਮਾਨਤਾ ਦੀ ਲੋੜ ਨਹੀਂ ਹੁੰਦੀ, ਠੀਕ ਹੈ। ਇਹ ਆਪਣੇ ਆਪ 'ਚ ਇੱਕ ਹਿਸਟਰੀ ਹੈ। ਤੁਸੀਂ ਇਹ ਵੇਖੋ ਵੀ ਜੇ ਅਮਰੀਕਾ ਜਾਂ ਕੈਨੇਡਾ ਦੇ ਜਿਹੜੇ ਸ਼ਹਿਰ ਆ ਉਹਨਾਂ ਵਿੱਚ ਜਿਹੜੇ ਉਹ ਲੋਕ ਜਿਹੜੇ ਕਿ ਸਾਡੇ ਜਿਨ੍ਹਾਂ ਲਈ ਖਾਲੜਾ ਸਾਹਿਬ ਨੇ ਕੁਝ ਨਹੀਂ ਕੀਤਾ, ਉਹਨਾਂ ਨੇ ਇਹਨਾਂ ਨੂੰ ਰੈਕੋਗਨਾਈਜ਼ ਕੀਤਾ ਵਾ ਵੀ ਉਹ ਵਾਕਿਆ ਇਹਨਾਂ ਨੇ ਕੋਈ ਇਹਨਾਂ ਦੀ ਕੋਈ ਮਨੁੱਖਤਾ ਲਈ ਦੇਣ ਆ ਤੇ ਉਹਨਾਂ ਨੇ ਕੀਤਾ। ਜਿਹੜੇ ਦੇਸ਼ 'ਚ ਇਹਨਾਂ ਨੇ ਕੰਮ ਨਹੀਂ ਕੀਤਾ ਮਨੁੱਖੀ ਅਧਿਕਾਰਾਂ ਲਈ, ਤੇ ਜਿਹੜੇ ਸਟੇਟ 'ਚ ਜਿਹੜੇ ਰਾਜ 'ਚ ਇੱਥੇ ਉਹਨਾਂ ਨੇ ਕੀਤਾ ਕੰਮ ਜਿਹੜੇ ਦੇਸ਼ ਲਈ ਕੀਤਾ ਵਾ, ਉਹਨਾਂ ਨੇ ਤਾਂ ਸਾਰੀ ਲੜਾਈ ਕਾਨੂੰਨ ਦੇ ਤਹਿਤ ਡਟ ਕੇ ਲੜੀ। ਭਾਰਤੀ ਜੋ ਸੰਵਿਧਾਨ ਕਹਿੰਦਾ ਵਾ ਉਹਦੇ ਮੁਤਾਬਕ ਲੜਾਈ ਲੜੀ ਹੈ।
ਫਿਰ ਬੜੀ ਜਿਹੜੀ ਆ ਇਹ ਇੱਕ ਬੜੀ ਮਾੜੀ ਗੱਲ ਹੈ ਵੀ ਉਹਨਾਂ ਨੇ ਲਵਾਰਸ ਲਾਸ਼ਾਂ ਦਾ ਜਿਹੜਾ ਕੇਸ ਜਿਹੜਾ ਸੀ ਉਹ ਚੁੱਕਿਆ 25000 ਲਾਸ਼ਾਂ ਜਿਹੜੀਆਂ ਲਵਾਰਸ ਲਾਸ਼ਾਂ ਦਾ ਸੀ, ਜਿਨ੍ਹਾਂ ਨੂੰ ਪੁਲਿਸ ਨੇ ਚੱਕ ਕੇ ਕਈ ਦਿਨ ਇੰਟੈਰੋਗੇਟ ਕਰਕੇ ਫਿਰ ਜਿਹੜਾ ਉਹਨਾਂ ਨੂੰ ਮਾਰ ਕੇ ਤੇ ਨਹਿਰਾਂ 'ਚ ਦਰਿਆਵਾਂ 'ਚ ਸੁੱਟਤਾ ਸੀ, ਉਹ ਵਾਲੇ ਕੇਸ ਦੀ ਉਹਨਾਂ ਕੀਤੀ। ਤੇ ਅਖੀਰ 'ਚ ਜਿਹੜਾ ਵਾ ਉਹਨਾਂ ਨੂੰ ਹੀ 6 ਸਤੰਬਰ ਨੂੰ ਜਿਹੜਾ ਇੱਥੋਂ ਹੀ ਆਪਣੇ ਕਬੀਰ ਪਾਰਕ ਤੋਂ ਚੱਕ ਕੇ ਤੇ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਲਾਸ਼ ਨੂੰ ਵੀ ਲਵਾਰਸ ਜਿਹੜਾ ਨਾ ਉਹਨੂੰ ਜਿਹੜਾ ਸੁੱਟਤਾ, ਪਰਿਵਾਰ ਨੂੰ ਉਹਨਾਂ ਦੀ ਲਾਸ਼ ਵੀ ਨਹੀਂ ਦਿੱਤੀ ਗਈ। ਹਾਲਾਂਕਿ ਬਾਅਦ 'ਚ ਜਿਹੜਾ ਇਹ ਕੇਸ ਦੀ ਤਫਤੀਸ਼ ਜਿਹੜੀ ਆ CBI ਨੇ ਕੀਤੀ ਸੀ ਤੇ ਉਹਦੇ ਵਿੱਚ ਦੋਸ਼ੀ ਪੁਲਿਸ ਅਫਸਰਾਂ ਨੂੰ ਜਿਹੜਾ ਵਾ ਸਜ਼ਾਵਾਂ ਹੋਈਆਂ ਸੁਪਰੀਮ ਕੋਰਟ ਤੱਕ ਜਿਹੜੀ ਉਹਨਾਂ ਦੀ ਉਮਰ ਕੈਦ ਤੇ ਅੱਜ ਵੀ ਉਹ ਜੇਲ੍ਹ 'ਚ ਹੈਗੇ ਆ। ਪਰ ਸਰਕਾਰਾਂ ਵੱਲੋਂ ਜਿਹੜਾ ਵਾ ਇਹ ਹਮੇਸ਼ਾ ਹੀ ਜਿਹੜਾ ਇਸ ਗੱਲ ਤੋਂ ਜਿਹੜਾ ਵਾ ਪਾਸਾ ਹੀ ਵੱਟ ਕੇ ਰੱਖਿਆ ਵਾ, ਭਾਵੇਂ ਉਹ ਅਕਾਲੀ ਦਲ ਆ, ਭਾਵੇਂ ਕਾਂਗਰਸ ਆ, ਜਾਂ ਜਿਹੜਾ ਮਰਜ਼ੀ ਆ, ਉਹਨਾਂ ਵੱਲੋਂ ਇਹ ਇਸ਼ੂ ਤੇ ਐਡੀ ਵੱਡੀ ਸ਼ਖਸੀਅਤ ਨੂੰ ਜਿਹਨੇ ਇੱਕ ਕੌਮ ਲਈ, ਇੱਕ ਰਾਜ ਲਈ, ਇੱਕ ਦੇਸ਼ ਲਈ ਜਿਹੜਾ ਵਾ ਐਡੀ ਵੱਡੀ ਕੁਰਬਾਨੀ ਦਿੱਤੀ ਆ, ਉਹਨੂੰ ਜਿਹੜਾ ਇਹਨਾਂ ਦਾ ਜਿਹੜਾ ਉਹਨੂੰ ਨਜ਼ਰਅੰਦਾਜ਼ ਕਰਨਾ ਜਿਹੜਾ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਲਈ। ਇਸ ਕਾਰਨ ਕਿ ਦੇਖੋ ਵੈਸੇ ਤੇ ਸਰਕਾਰ ਨੂੰ ਇਹਦਾ ਇੱਕ ਜਿਹੜਾ ਇਨੀਸ਼ੀਏਟਿਵ ਲੈਣਾ ਚਾਹੀਦਾ ਸੀ, ਜਿਹੋ ਜਿਹਾ ਉਹਨਾਂ ਨੇ ਕੰਮ ਕੀਤਾ, ਠੀਕ ਹੈ, ਬਾਹਰਲੇ ਦੇਸ਼ ਜੇ ਇਨੀਸ਼ੀਏਟਿਵ ਲੈ ਰਹੇ ਤੇ ਬੇਸਿਕਲੀ ਜੇ ਐਟਲੀਸਟ ਅਕਾਲੀ ਦਲ ਨੂੰ ਤੇ ਲੈਣਾ ਹੀ ਚਾਹੀਦਾ ਸੀ, ਕਿਉਂਕਿ ਉਹ ਅਕਾਲੀ ਦਲ ਨਾਲ ਬਿਲਕੁਲ ਕਨੈਕਟਡ ਸੀਗੇ। ਅੱਜ ਮੇਰੇ ਹਿਸਾਬ ਨਾਲ ਕੋਈ ਇਹੋ ਜਿਹਾ ਕੋਈ ਪ੍ਰੋਗਰਾਮ ਵੀ ਨਹੀਂ ਹੋ ਰਿਹਾ ਅਕਾਲੀ ਦਲ ਵੱਲੋਂ, ਜਾਂ ਕੋਈ ਉਹਨਾਂ ਦੇ ਆਨਰ ਦੇ ਵਿੱਚ, ਜਾਂ ਕੋਈ ਉਹਨਾਂ ਨੂੰ ਰਿਕੋਗਨਾਈਜ਼ ਕਰਨ ਵਾਸਤੇ, ਜਾਂ ਕੋਈ ਅਕਾਲ ਤਖਤ ਸਾਹਿਬ ਦੇ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੋਣਾ ਜਿੱਥੇ ਖਾਲਸਾ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੋਵੇ। ਵੇਖੋ ਜਿਹੜੀ ਅਕਾਲੀ ਦਲ ਦੀ 1997 'ਚ ਸਰਕਾਰ ਆਈ ਸੀ, ਉਹਦਾ ਇੱਕ ਮੁੱਖ ਕਾਰਨ ਸੀ ਜਿਹੜੀਆਂ ਪੁਲਿਸ ਦੀਆਂ ਜਾਤੀਆਂ ਸੀ ਜਿਹੜੀਆਂ ਇਹਨਾਂ ਨੇ ਖਾੜਕੂਵਾਦ ਦੇ ਨਾਂ ਤੇ ਕੀਤੀਆਂ ਸੀ। ਉਹਦੇ ਕਰਕੇ ਜਿਹੜਾ 97 ਚ 95 'ਚ ਜਿਹੜੀ ਹੈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਆ ਉਹਨਾਂ ਨੂੰ ਚੱਕ ਕੇ ਤੇ ਬਾਅਦ 'ਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਵਾ। ਇੱਕ ਵੱਡਾ ਕਾਰਨ ਸੀ 97 'ਚ ਇਹਨਾਂ ਦਾ ਰਾਜ ਆਉਂਦਾ, ਤੇ ਇਹਨਾਂ ਨੇ ਉਦੋਂ ਪ੍ਰੋਮਿਸ ਕੀਤਾ ਸੀ ਇਹਨਾਂ ਦਾ ਤੁਸੀਂ ਚੋਣ ਮੈਨੀਫੈਸਟੋ ਜਿਹੜਾ ਵਾ ਉਹ ਕੱਢੋ, ਉਹਦੇ ਵਿੱਚ ਲਿਖਿਆ ਵਾ ਵੀ ਇਹ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣਗੇ ਤੇ ਜਿਹੜੇ ਝੂਠੇ ਮੁਕਾਬਲੇ ਉਹਨਾਂ ਦੀਆਂ ਇਨਕੁਆਇਰੀਆਂ ਕਰਾਉਣਗੇ, ਲਵਾਰਸ ਲਾਸ਼ਾਂ ਵਾਲੇ ਕੇਸ ਦੀ ਇਨਕੁਆਇਰੀ ਕਰਨਗੇ। ਪਰ ਬੜੀ ਸ਼ਰਮ ਦੀ ਗੱਲ ਹੈ ਵੀ 97 ਤੋਂ ਲੈ ਕੇ 2002 ਤੱਕ ਪਹਿਲਾਂ ਇਹਨਾਂ ਦੀ ਸਰਕਾਰ ਰਹੀ, ਫਿਰ 2007 ਤੋਂ ਲੈ ਕੇ 2017 ਤੱਕ 15 ਸਾਲ, ਇਹਨਾਂ 25 ਸਾਲਾਂ 'ਚ 15 ਸਾਲ ਅਕਾਲੀ ਦਲ ਦੀ ਸਰਕਾਰ ਰਹੇ, ਜਿਹਦੇ ਉਹ ਮੈਂਬਰ ਸੀ, ਜਿਹਦੇ ਉਹ ਜਨਰਲ ਸਕੱਤਰ ਸੀ। ਤੇ ਇਹ ਜਿਹੜੀ ਇੱਕ ਦੇਸ਼ ਜਿਹੜਾ ਇਹਦੀਆਂ ਜਿਹੜੀਆਂ ਸਰਕਾਰਾਂ, ਜਿਹੜੇ ਇਹਦੇ ਆਪਣੀਆਂ ਸਰਕਾਰ ਦੀਆਂ ਆਰਗਨਸ ਹੁੰਦੀਆਂ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਵੀ ਕਾਨੂੰਨ ਨੂੰ ਲਾਗੂ ਕਰਾਉਣਾ, ਉਹ ਕਿਤੇ ਨਾ ਕਿਤੇ ਸਾਰਾ ਉਹਨਾਂ ਲੋਕਾਂ ਦੇ ਹੱਥਾਂ 'ਚ ਆ ਗਿਆ ਵੀ ਜਿੱਥੇ ਉਹ ਉਲੰਘਣਾ ਕਰਦੇ ਆ। ਇਹਦੇ ਕਰਕੇ ਜਿਹੜਾ ਖਾੜਕੂਵਾਦ ਦੇ ਕਾਰਨ ਤਦ ਹੀ ਨਹੀਂ ਲੱਭੇ ਜਾਂਦੇ ਵੀ ਜੇ ਇਹਨੂੰ ਲੱਭਣ ਲੱਗ ਪਓ ਤੁਸੀਂ ਪਿੱਛੇ ਦੀ ਘੋਖ ਕਰੋ ਵੀ ਇਹਦੇ ਕਾਰਨ ਕੀ ਆ, ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀਆਂ ਸਰਕਾਰਾਂ ਜਿਹੜੀਆਂ ਇਹਨਾਂ ਦੇ ਜਿਹੜੇ ਅਹੁਦੇਦਾਰ ਬੈਠੇ ਆ, ਇਹਨਾਂ ਦੀਆਂ ਜਾਤੀਆਂ ਕਰਕੇ ਸਾਰਾ ਕੁਝ ਜਿਹੜਾ ਵਾਪਰਦਾ ਵਾ। ਜਿਹੜੀ ਵੀ ਲੜਾਈ ਹਥਿਆਰਬੰਦ ਸਟਰਗਲ ਦੀ ਜਾਂ ਦੂਜੀਆਂ ਹੁੰਦੀਆਂ ਉਹ ਇਹਨਾਂ ਕਰਕੇ ਹੁੰਦੀਆਂ ਵਾ। ਇਹ ਕਰਕੇ ਕਦੀ ਵੀ ਇਨਕੁਆਇਰੀ ਨਹੀਂ ਕਰਨਾ ਚਾਹੁੰਦੇ ਇਹਨਾਂ ਚੀਜ਼ਾਂ ਤੇ, ਕਦੀ ਵੀ ਇਹਨਾਂ ਚੀਜ਼ਾਂ ਦੀ ਘੋਖ ਕਰਕੇ ਅੱਗੇ ਤੋਂ ਜਾਂ ਨਾ ਵਾਪਰੇ ਇਹੋ ਜਿਹੀ ਕੋਸ਼ਿਸ਼ ਨਹੀਂ ਕਰਦੇ। ਇਹ ਪਾਰਟੀਆਂ ਦਾ ਪੋਲੀਟੀਕਲ ਟਾਈ ਅਪ ਕਹਾਂਗੇ ਫਿਰ। ਬਿਲਕੁਲ, ਇਹ ਤੁਸੀਂ ਜਿਹੜੀ ਆ ਵੇਖੋ ਵੀ ਜਿਹੜਾ ਸਮੇਤ ਸਿੰਘ ਸੈਣੀ ਉਹਦਾ ਕੇਸ ਹੁਣ ਸਾਹਮਣੇ ਆਇਆ, ਉਹਦੇ ਤੋਂ ਪਹਿਲਾਂ ਕਿੰਨੇ ਪੁਲਿਸ ਅਫਸਰ ਆ ਜਿਹੜੇ ਈਵਨ ਕਿ SSP ਗੁਰਦਾਸਪੁਰ ਜਿਹੜਾ ਵਾ ਉਹ ਇੱਕ ਕੇਸ 'ਚ ਸਜ਼ਾ ਹੋਇਆ ਵਾ, ਉਹਨੂੰ SSP ਜਿਹੜਾ ਕੈਪਟਨ ਸਰਕਾਰ ਨੇ ਲਾਇਆ ਵਾ। ਇਸੇ ਤਰ੍ਹਾਂ SSP ਜਿਹੜਾ ਵਾ ਬਠਿੰਡਾ ਵਾ ਉਹ ਭੁਪਿੰਦਰਜੀਤ ਵਿਰਕ, ਉਹਦੇ ਤੇ CBI ਕੋਰਟ 'ਚ ਜਿਹੜਾ ਝੂਠੇ ਮੁਕਾਬਲੇ ਦਾ ਕੇਸ ਚੱਲਣ ਦਿਆ, ਉਹ ਚਾਰਜਸ਼ੀਟ ਹੋਇਆ, ਉਹਦੇ ਖਿਲਾਫ ਗਵਾਹੀਆਂ ਹੁੰਦੀਆਂ। ਤੁਸੀਂ ਇਹੋ ਜਿਹੇ ਅਫਸਰਾਂ ਨੂੰ ਪੋਸਟਾਂ ਤੇ ਲਾ ਕੇ ਤੁਸੀਂ ਕਿਤੇ ਨਾ ਕਿਤੇ ਵਿਟਨੈਸ ਜਿਹੜੇ ਆ ਉਹਨਾਂ ਨੂੰ ਦਬਾਅ 'ਚ ਲਿਆਉਣਾ ਚਾਹੁੰਦੇ ਜੇ, ਉਹਨਾਂ ਨੂੰ ਇਨਫਲੂਐਂਸ ਕਰਨਾ ਚਾਹੁੰਦੇ ਜੇ ਵੀ ਉਹ ਉਹਨਾਂ ਦੇ ਖਿਲਾਫ ਗਵਾਹੀ ਨਾ ਦੇਣ ਵੀ ਕਿੱਡੇ ਪਾਵਰਫੁਲ ਬੰਦੇ ਵੀ ਵੇਖੋ ਸਰਕਾਰਾਂ ਉਹਨਾਂ ਨੂੰ ਮੇਨ ਜਿਹੜੇ ਅਫਸਰ ਜਿਹੜੇ ਮੇਨ ਪੋਸਟਾਂ ਤੇ ਉਹਨਾਂ ਨੂੰ ਲਾ ਰਹੇ ਆ। ਇਹ ਕਰਕੇ ਕਿਤੇ ਨਾ ਕਿਤੇ ਜਿਹੜੀ ਇਹ ਸਾਰੀ ਵੱਡੀ ਸਾਜ਼ਿਸ਼ ਆ, ਕੌਨਸਪੀਰੇਸੀ ਆ ਜਿਹੜੀ ਇਹ ਲੋਕਾਂ ਨੂੰ ਦਬਾਉਣ ਦੀ, ਤੇ ਜਿਹੜੇ ਗਲਤ ਲੋਕ ਆ ਉਹਨਾਂ ਨੂੰ ਮੇਨ ਪੋਸਟਾਂ ਤੇ ਲਾ ਕੇ। ਤੇ ਇਹਦਾ ਕਾਰਨ ਹੀ ਆ ਵੀ ਜਿਹੜਾ ਆਪਾਂ ਪੰਜਾਬ ਦੇ ਹਾਲਾਤ ਜੋ ਵੇਖ ਰਹੇ ਆ, ਕਿੰਨਾ ਕ੍ਰਾਈਮ ਇੱਥੇ ਵੱਧ ਰਿਹਾ, ਲੁੱਟ ਖੋਹ, ਚੋਰੀ, ਡਰੱਗ, ਤੇ ਜਿੰਨਾ ਮਾਫੀਆ ਰਾਜ ਆ, ਭਾਵੇਂ ਕੇਬਲ ਦਾ ਵਾ, ਭਾਵੇਂ ਮਾਈਨਿੰਗ ਦਾ ਵਾ, ਭਾਵੇਂ ਡਰੱਗ ਦਾ ਵਾ, ਟਰਾਂਸਪੋਰਟ ਦਾ ਵਾ, ਇਹ ਸਾਰਾ ਵਧਣ ਦਾ ਕਾਰਨ ਹੀ ਇਹ ਆ ਵੀ ਆਪਾਂ ਇਹ ਲੋਕ ਜਿਹੜੇ ਆ ਜਿਨ੍ਹਾਂ ਨੇ ਕ੍ਰਾਈਮ ਕੀਤੇ ਆ ਉਹਨਾਂ ਨੂੰ ਆਪਾਂ ਮੇਨ ਪੋਸਟਾਂ ਤੇ ਲਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਣੇ ਆ। ਇਹ ਲੀਡਰਾਂ ਨੇ ਜਿਹੜੇ ਆਪਣੇ ਪਰਸਨਲ ਕੰਮ ਜਿਹੜੇ ਗੈਰ ਕਾਨੂੰਨੀ ਕੰਮ ਕਰਾਉਣੇ ਹੁੰਦੇ ਆ ਉਹ ਇਹਨਾਂ ਲੋਕਾਂ ਤੋਂ, ਇਹਨਾਂ ਅਫਸਰਾਂ ਤੋਂ ਹੀ ਕਰਾਉਂਦੇ ਆ। ਤੇ ਇਹੋ ਕਾਰਨ ਹੀ ਆ ਵੀ ਜਿਹੜਾ ਇਹ ਨਹੀਂ ਚਾਹੁੰਦੇ ਵੀ ਇਹਦੇ 'ਚ ਕੋਈ ਇਨਕੁਆਇਰੀਆਂ ਹੋਣ ਜਾਂ ਸੱਚ ਸਾਹਮਣੇ ਆਵੇ। ਯੂ ਟਰਨ ਆਇਆ ਜੀ SGPC ਦਾ 328 ਸਰੂਪਾਂ ਦੇ ਉੱਤੇ। ਪਹਿਲੇ FIR ਹੋਣੀ ਸੀ, ਹੁਣ SGPC ਸਜ਼ਾ ਦੇਗੀ। 1 ਨੰਬਰ 2 ਨੰਬਰ ਡਾਕਟਰ ਰੂਪ ਸਿੰਘ ਦਾ ਕੀ ਰੋਲ ਦੇਖਦੇ ਹੋ? ਕਹਿੰਦੇ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਵੇਖੋ 24 ਅਗਸਤ ਨੂੰ ਜਿਹੜੀ ਆ 2020 'ਚ 24 ਅਗਸਤ ਨੂੰ ਇਨਕੁਆਇਰੀ ਕਮੇਟੀ ਦੀ ਰਿਪੋਰਟ ਜਿਹੜੀ ਸੀ ਉਹ ਸਬਮਿਟ ਕੀਤੀ ਗਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਉਸ ਤੋਂ ਬਾਅਦ 'ਚ ਉਹਨਾਂ ਨੇ ਇਮੀਡੀਏਟ ਡਿਸੀਜਨ ਦਿੱਤਾ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ 'ਤੇ ਇਮੀਡੀਏਟ ਐਕਸ਼ਨ ਲਵੇ। 1 ਹਫ਼ਤੇ ਦੇ ਵਿੱਚ ਉਹਨਾਂ 27 ਤਰੀਕ ਨੂੰ ਆਪਣੀ ਐਗਜ਼ੈਕਟਿਵ ਦੀ ਮੀਟਿੰਗ ਰੱਖ ਕੇ ਮਤੇ ਪਾਸ ਕੀਤੇ। ਉਹਦੇ ਵਿੱਚ ਇਹ ਵੀ ਕੀਤਾ ਵੀ ਪਰਚੇ ਦਰਜ ਕੀਤੇ ਜਾਣਗੇ, ਨਾਲ ਕੁਝ ਜਣਿਆਂ ਨੂੰ ਸਸਪੈਂਡ ਕੀਤਾ, ਕੁਝ ਡਿਸਮਿਸ ਕੀਤਾ।
ਇਸੇ ਦੌਰਾਨ ਜਿਹੜੇ ਅਧਿਕਾਰੀ ਸੀ ਜਿਹਦੇ 'ਚ ਕਵਲਜੀਤ ਸਿੰਘ ਸੀ, ਡਾਕਟਰ ਰੂਪ ਸਿੰਘ ਸੀ, ਮਨਜੀਤ ਸਿੰਘ ਸੀ, ਗੁਰਬਚਨ ਸਿੰਘ ਸੀ, ਇਹਨਾਂ ਲੋਕਾਂ ਨੇ ਇਹ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਜੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਤਾਂ ਉਹ ਸੱਚ ਦੱਸ ਦੇਣਗੇ। ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਸੱਚ ਤੋਂ ਭੱਜਿਆ ਵਾ ਵੀ ਜੇ ਉਹਨਾਂ ਨੇ ਸੱਚ ਦੱਸਤਾ ਤੇ ਫਿਰ ਇਹ ਜਿਹੜੇ ਉੱਪਰਲੇ ਆ ਮਹਿਤਾ ਜਿਹੜੇ ਲੌਂਗੋਵਾਲ ਜਾਂ ਇਹ ਸਾਰੇ ਜਾਣੇ ਜਿਹੜੇ ਆ ਇਹਨਾਂ ਨੂੰ ਕੌਮ ਨੂੰ ਮੂੰਹ ਨਹੀਂ ਵਿਖਾ ਸਕਣਗੇ। ਇਹਨਾਂ ਨੇ ਸਿਰਫ ਆਪਣੀ ਜਾਨ ਬਚਾਈ ਹੈ, ਨਾ ਕਿ ਉਹਨਾਂ ਨੂੰ ਬਚਾਇਆ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਲਜੀਤ ਕਲਸੀ ਹੈ ਜੀ। ਅੱਜ ਅਸੀਂ ਖਾਲੜਾ ਸਾਹਿਬ ਦੀ 25ਵੀਂ ਬਰਸੀ 'ਤੇ ਆਏ ਹੋਏ ਹਾਂ ਅੰਮ੍ਰਿਤਸਰ, ਹਾਕਮ ਭਾਈ ਦੇ ਨਾਲ ਔਰ ਹੋਰ ਸਾਰੇ ਲੋਕ ਜਿਹੜੇ ਆਏ ਹੋਏ ਆ, ਅਤੇ ਆਪਾਂ ਖਾਲੜਾ ਸਾਹਿਬ ਦੀ ਬਰਸੀ 'ਤੇ ਅੱਜ ਪਹੁੰਚੇ ਹਾਂ ਇੱਥੇ ਅੰਮ੍ਰਿਤਸਰ। ਸਰ ਕੈਨੇਡਾ ਦੇ ਵਿੱਚ ਅੱਜ ਜਿਹੜਾ ਹੈਗਾ 6 ਸਤੰਬਰ ਜਿਹੜਾ ਉਹ ਖਾਲੜਾ ਸਾਹਿਬ ਨੂੰ ਡੈਡੀਕੇਟ ਕੀਤਾ ਗਿਆ, ਖਾਲੜਾ ਡੇ ਕਿਹਾ ਜੀ, ਵੀਕ ਮਨਾਇਆ ਮਨਾਇਆ ਜਾ ਰਿਹਾ। ਲੇਕਿਨ ਇੰਡੀਆ ਵਿੱਚ ਤੇ ਛੱਡੋ, ਪੰਜਾਬ ਵਿੱਚ ਵੀ ਜਿਹੜਾ ਕੋਈ ਉਹਨਾਂ ਦੀ ਯਾਦਗਾਰ, ਕੋਈ ਉਹਨਾਂ ਦਾ ਕੁਝ ਵੀ ਨਹੀਂ ਮਨਾਇਆ ਜਾ ਰਿਹਾ। ਮੈਂ ਤਾਂ ਇੰਨਾ ਕਹਾਂਗੇ ਜੀ, ਹਾਲਾਤ ਜਿੱਦਾਂ ਪਹਿਲਾਂ ਸੀਗੇ ਜਦੋਂ ਖਾਲੜਾ ਸਾਹਿਬ ਦੇ ਟਾਈਮ ਸੀਗੇ, ਅੱਜ ਵੀ ਉਹੀ ਨੇ, ਬਸ ਨਾਮ ਬਦਲ ਗਏ ਨੇ। ਰਾਜ ਕਰਨ ਵਾਲੇ ਸੀਟਾਂ ਜਿਹੜੇ ਬੰਦੇ ਬੈਠੇ ਸੀਗੇ ਅੱਜ ਵੀ ਉਹੀ। ਜੋ ਡਾਕਟਰ ਕਫੀਲ ਦੇ ਨਾਲ ਹੁੰਦਾ, ਉਹ ਇੰਨੇ ਮਹੀਨੇ ਜੇਲ੍ਹ ਕੱਟ ਕੇ ਆਏ ਨੇ, ਕਸੂਰ ਕੀ ਹੈ ਕਿ ਬੱਚਿਆਂ ਦੀ ਜ਼ਿੰਦਗੀ ਬਚਾ ਰਹੇ ਸੀਗੇ, ਜਾਂ ਹੋਰ ਇੱਦਾਂ ਦੇ ਹੋਰ ਕਿੰਨੇ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਸਾਡੇ ਸਾਹਮਣੇ ਹੀ ਹੈ। ਤਾਂ ਨਾਮ ਔਰ ਸੀਟਾਂ ਦੇ ਉੱਤੇ ਬੰਦੇ ਤਾਂ ਉਹੀ ਬੈਠੇ ਆ, ਪਰ ਨਾਮ ਹੀ ਬਦਲੇ ਆ, ਹੋਰ ਤਾਂ ਫਰਕ ਤਾਂ ਕੁਝ ਵੀ ਨਹੀਂ ਹੈਗਾ। ਔਰ ਦੁਨੀਆ ਦੇ ਮੇਰੇ ਖਿਆਲ ਨਾਲ ਇਹਨਾਂ ਨੂੰ ਇੱਕ ਰੁਤਬਾ ਦਿੱਤਾ ਜਾਣਾ ਚਾਹੀਦਾ ਕਿ ਦੁਨੀਆ ਦੇ ਸਭ ਤੋਂ ਵੱਡੇ ਹਿਊਮਨ ਰਾਈਟ ਐਕਟਿਵਿਸਟ ਸੀਗੇ ਖਾਲੜਾ ਸਾਹਿਬ। ਉਸ ਦੇ ਲਈ ਨਾ ਸਿਰਫ ਪੰਜਾਬ ਬਲਕਿ ਪੂਰੀ ਦੁਨੀਆ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਇਸ ਲੈਵਲ ਤੱਕ ਜਾ ਕੇ ਬੰਦੇ ਨੇ ਕਿ 25,000 ਲਾਸ਼ਾਂ ਦੇ ਲਈ, ਜਿਹੜੀਆਂ ਅਣਪਛਾਤੀਆਂ ਲਾਸ਼ਾਂ ਸੀਗੀਆਂ, ਉਸ ਦੇ ਲਈ ਲੜਾਈ ਲੜੀ। ਔਰ ਪਤਾ ਸੀਗਾ ਕਿ ਖੁਦ ਦੀ ਆਪਣੀ ਜਾਨ ਵੀ ਜਾ ਸਕਦੀ ਹੈ। ਜਿੱਦਾਂ ਕੈਨੇਡਾ ਵਿੱਚ ਹੀ ਸੀਗੇ ਤਾਂ ਹੀ ਉਹਨਾਂ ਨੂੰ ਪਤਾ ਚੱਲ ਗਿਆ ਸੀਗਾ ਕਿ ਇੰਡੀਆ ਜਾਣਾ ਠੀਕ ਨਹੀਂ ਹੋਣਾ, ਉਸ ਦੇ ਬਾਵਜੂਦ ਵੀ ਇੱਥੇ ਆਏ, ਔਰ ਉਹੀ ਹੋਇਆ ਜਿਹਦਾ ਡਰ ਸੀਗਾ। ਤੇ ਸਰ ਤੁਹਾਡਾ ਜੇ ਪਰਸਨਲੀ ਤੁਹਾਡਾ ਰੀਜ਼ਨ ਪੁੱਛੀ ਇੱਥੇ ਆਉਣ ਦਾ ਜੀ, ਤੇ ਕਿਸ ਤਰ੍ਹਾਂ ਉਹਨੂੰ ਲਈਏ ਜੀ? ਨਹੀਂ, ਮੈਂ ਤਾਂ ਪੰਜਾਬ ਨਾਲ ਜੁੜਿਆ ਹੋਇਆ, ਮੈਂ ਤਾਂ ਪੰਜਾਬ ਦੀ ਐਕਟੀਵਿਟੀਜ਼ ਦੇ ਨਾਲ ਜੁੜਿਆ ਰਹਿਣਾ। ਅਗਰ ਤੁਸੀਂ ਪਿਛਲੇ ਵੀ ਮੇਰੇ 2 ਫੇਸਬੁੱਕ 'ਤੇ ਵੀ ਜਾ ਕੇ ਦੇਖੋਗੇ ਤਾਂ ਮੇਰਾ ਹਮੇਸ਼ਾ ਅੱਜ ਦੇ ਦਿਨ ਮੇਰੀ ਪੋਸਟ ਹੁੰਦੀ ਹੈ। ਅੱਜ ਸਵੇਰੇ ਵੀ ਮੈਂ ਪੋਸਟ ਪਾਈ ਹੋਈ ਹੈ ਖਾਲੜਾ ਜੀ ਨੂੰ, ਪਿਛਲੇ ਸਾਲ ਵੀ। ਮੈਂ ਹਮੇਸ਼ਾ ਹੀ ਮੇਰੀ ਖਾਲੜਾ ਸਾਹਿਬ ਨੂੰ ਹੁੰਦੀ ਹੈ, ਮੇਰਾ ਇੱਕ ਇਮੋਸ਼ਨਲ ਅਟੈਚਮੈਂਟ ਹੈਗਾ ਇਹਨਾਂ ਦੇ ਨਾਲ। ਰੋਲ ਮਾਡਲ ਆਪਣਾ ਸਮਝਦੇ ਤੁਸੀਂ ਕਿਹਾ ਵਨ ਆਫ ਦਾ ਰੋਲ ਮਾਡਲ ਹੈਗੇ ਕਿ ਇਹਨਾਂ ਨੇ ਮਤਲਬ ਸਾਡੇ ਲਈ ਇੰਨਾ ਕੁਝ ਕੀਤਾ, ਆਪਣੀ ਜਾਨ ਤੱਕ ਦਿੱਤੀ, ਇੱਕ ਸ਼ਹਾਦਤ ਦੀ ਦਾਤ ਮੰਗੀ ਬਾਬੇ ਤੋਂ। ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਆਪਾਂ ਇੱਕੋ ਮਸ਼ਾਲ ਜਲਾ ਕੇ ਗਏ। ਮਸ਼ਾਲ ਜਿਹੜੀ ਹੈਗੀ ਹੈ ਉਹ ਸਾਡਾ ਕੰਮ ਹੈ ਕਿ ਅਸੀਂ ਅਗਲੀ ਜਨਰੇਸ਼ਨ ਤੱਕ ਵੀ ਦਈਏ। ਸੱਚ ਦੇ ਲਈ ਕੋਈ ਤਾਂ ਲੜੇ। ਅੱਜ ਚਾਪਲੂਸੀ ਤਾਂ ਸਰਕਾਰ ਦੀ ਸਾਰੇ ਕਰ ਸਕਦੇ ਆ, ਕਿਸੇ ਨੂੰ ਤਾਂ ਖੜਾ ਹੋਣਾ ਪੈਣਾ। ਸਰਕਾਰ ਗਲਤ ਜੋ ਕਰਦੀ ਹੈ, ਭਾਵੇਂ ਉਹ ਇੰਦਰਾ ਦੀ ਸਰਕਾਰ ਸੀ, ਭਾਵੇਂ ਮੋਦੀ ਸੀ, ਕਿਸੇ ਦੀ ਵੀ ਹੋਵੇ, ਜੋ ਗਲਤ ਹੈ ਉਹਨੂੰ ਗਲਤ ਕਹਿਣ ਵਾਲੇ ਲੋਕ ਤਾਂ ਹੋਣ। ਤੇ ਅੱਜ ਮੈਂ ਖੁਦ ਵੀ ਆਇਆ, ਆਪਣੇ ਬੇਟੇ ਨੂੰ ਵੀ ਲੈ ਕੇ ਆਇਆ ਕਿ ਉਹੀ ਮਸ਼ਾਲ ਵਾਲੀ ਗੱਲ ਹੈ ਕਿ ਮਸ਼ਾਲ ਅੱਗੇ ਜਾਣੀ ਵੀ ਚਾਹੀਦੀ ਹੈ, ਇਹ ਨਹੀਂ ਕਿ ਸਾਡੇ ਤੱਕ ਹੀ ਰਹੇ। ਸਰ ਤੁਸੀਂ ਫਿਲਮ ਬਣਾਈ ਸੀ ਸਰਦਾਰ ਸਾਹਿਬ, ਉਹਦੇ ਵਿੱਚ ਵੀ ਇਹੋ ਜਿਹਾ ਇਨੀਸ਼ੀਏਟਿਵ ਸੀਗਾ ਜਿਹੜਾ ਕਿ ਆਪਣਾ ਗੈਂਗਸਟਰਸ ਜਾਂ ਜਿਹੜੇ ਡਰਗ ਰਾਈਡਰਸ ਹੈਗੇ ਨੇ ਉਹਨਾਂ ਨੂੰ ਜਿਹੜਾ ਖਤਮ ਕੀਤਾ ਜਾਵੇ ਆਪਣੇ ਢੰਗ ਦੇ ਨਾਲ, ਠੀਕ ਹੈ ਨਾ, ਜਿਹੜੇ ਪੁਲਿਸ ਕਰਪਸ਼ਨ ਵਿੱਚ ਆ ਚੁੱਕੀ, ਇਨਵੋਲਵ ਹੋ ਚੁੱਕੀ ਹੈ। ਉਸ ਤੋਂ ਇਲਾਵਾ ਕੁਝ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਇਹੋ ਇਹਨਾਂ ਨੂੰ ਰੋਕ ਸਕੇ। ਤੇ ਇਸ ਤਰ੍ਹਾਂ ਦਾ ਕੋਈ ਮੋਟਿਵ ਲੈ ਕੇ ਅੱਗੇ ਵੀ ਕੁਝ ਕਰ ਰਹੇ ਹੋ ਇਸ ਤਰ੍ਹਾਂ ਦਾ ਕੁਝ? ਨਹੀਂ, ਉਹ ਤਾਂ ਇੱਕ ਪਿਓਰ ਇੱਕ ਫਿਲਮ ਸੀਗੀ, ਉਸਦਾ ਇੱਦਾਂ ਨਾ ਇੰਟੈਂਸ਼ਨ ਸੀ ਇਹੋ ਜਿਹੀ ਕੋਈ, ਨਾ ਕੁਛ ਉਹਦੇ ਵਿੱਚ ਕੋਈ ਮੈਸੇਜ ਆਪਾਂ ਦੇਣਾ ਸੀ। ਕਮਰਸ਼ੀਅਲ ਫਿਲਮ ਸੀਗੀ ਉਹ ਤਾਂ। ਵੈਸੇ ਮੈਂ ਹੁਣੇ ਜਿੱਦਾਂ ਫਿਲਮਾਂ 'ਚੋਂ ਕਰ ਰਿਹਾ ਵਾਂ, ਜੋ ਪਲਾਨਿੰਗ ਕਰਦੇ ਪਏ, ਇੱਕ ਤਾਂ ਹਿੰਦੀ ਹੈ, ਉਹ ਤਾਂ ਖੈਰ ਪੰਜਾਬ ਦੇ ਨਾਲ ਉਹਦਾ ਨਹੀਂ, ਉਹਦਾ ਯੂਪੀ ਦੀ ਇੱਕ ਗੈਂਗਸਟਰ ਦੀ ਇੱਕ ਫਿਲਮ ਹੈ, ਸੀਰੀਜ਼ ਹੈਗੀ ਹੈ, ਵੈਬ ਸੀਰੀਜ਼ ਹੈਗੀ ਹੈ। ਔਰ ਇੱਕ ਮੈਂ ਬੜੀ ਹਿਸਟਰੀ ਨਾਮ ਦੇ ਉੱਤੇ ਕਰਨਾ ਚਾਹੁੰਦਾ, ਜੋ ਪੰਜਾਬ ਦਾ ਜੋ ਕਾਲਾ ਸਮਾਂ ਸੀਗਾ, ਉਸ ਸਮੇਂ ਸਾਨੂੰ ਦੱਸਿਆ ਇਹ ਜਾਂਦਾ ਹੈ ਕਿ ਹਿੰਦੂ ਮੁਸਲਮਾਨ ਦੀ ਲੜਾਈ ਸੀ, ਜਦ ਕਿ ਹਿੰਦੂ ਮੁਸਲਮਾਨ ਦੀ ਲੜਾਈ ਤਾਂ ਸੀਗੀ ਨਹੀਂ। ਇਹ ਤਾਂ ਜਦੋਂ ਕੀ ਕਹਿੰਦੇ ਆ ਕਿ ਸਾਨੂੰ ਇੱਦਾਂ ਬਣਾ ਕੇ ਦਿਖਾਤਾ ਗਿਆ, ਲੇਕਿਨ ਇਹ ਪਾਵਰ ਦਾ ਕਿਸ ਹੱਦ ਤੱਕ ਮਿਸਯੂਜ਼ ਹੁੰਦਾ ਪਿਆ ਸੀਗਾ, ਕਿੱਦਾਂ ਲੋਕਾਂ ਨੇ ਵੀ ਮੁਖਬਰੀਆਂ ਕਰਕੇ ਜਾਂ ਆਪਣੇ, ਮੈਂ ਵੀ ਸੁਣਿਆ ਕਿ
ਚਾਚੇ ਨੇ ਭਤੀਜਾ ਮਰਵਾਤਾ ਤਾਂ ਕਿ ਜ਼ਮੀਨ ਮੇਰੇ ਨਾਮ ਹੋ ਜਾਏ। ਪਿੰਡਾਂ 'ਚ ਇਹ ਸਭ ਆਮ ਹੋ ਰਿਹਾ ਸੀਗਾ, ਦੁਸ਼ਮਣੀਆਂ ਹੋ ਰਹੀਆਂ ਸੀ ਪੁਲਿਸ ਵੱਲੋਂ ਵੀ, ਹੋਰ ਅਫਸਰਾਂ ਵੱਲੋਂ ਵੀ। ਉਸ ਦੇ ਉੱਤੇ ਆਪਾਂ ਇੱਕ ਸੀਰੀਜ਼ ਬਣਾਉਣਾ ਚਾਹੁੰਦੇ ਪਏ ਹਾਂ, ਪਲਾਨ ਕਰਦੇ ਪਏ ਹਾਂ, ਕਾਫੀ ਉੱਤੇ ਕੰਮ ਕੀਤਾ ਹੁਣੇ। ਅੱਜ ਦੇ ਦਿਨ ਨੂੰ ਲੈ ਕੇ ਸਰ ਮੈਸੇਜ ਕੀ? ਅੱਜ ਦਾ ਭਾਜੀ ਦਿਨ ਮੈਂ ਇੱਥੇ ਆ ਕੇ ਮੈਨੂੰ ਇੱਕ ਚੀਜ਼ ਦਾ ਇਹ ਹੈਗਾ ਕਿ ਸਾਡੀ ਨਵੀਂ ਜਨਰੇਸ਼ਨ ਘੱਟ ਹੈ। ਜਿਹੜੀਆਂ ਗੱਲਾਂ ਆਪਾਂ ਸੁਣਦੇ ਪਏ, ਜਿਹੜੀਆਂ ਗੱਲਾਂ ਆਪਾਂ ਹੈਗੀਆਂ ਉਹ ਤਾਂ ਮੈਂ ਪੜ੍ਹੀਆਂ ਹੋਈਆਂ, ਆਪਾਂ ਸੁਣੀਆਂ ਹੋਈਆਂ ਸਾਰਿਆਂ ਨੇ, ਲੇਕਿਨ ਫਾਇਦਾ ਤਾਂ ਹੈ ਮਸ਼ਾਲ ਵਾਲੀ ਗੱਲ, ਜੇ ਮਸ਼ਾਲ ਅੱਗੇ ਜਾਵੇ ਤੇ ਜੇ ਦੂਜੇ ਸਾਡੇ ਅਗਲੀ ਜਨਰੇਸ਼ਨ ਨੂੰ ਆਪਾਂ ਦੱਸ ਸਕੀਏ ਖਾਲੜਾ ਸਾਹਿਬ ਬਾਰੇ, ਰੀਜ਼ਨ ਕੀ ਸੀਗੇ। ਉਹੀ ਜਿਹੜੀ ਮੈਂ ਗੱਲ ਕਰਦਾ, ਆਪਾਂ ਗਲਤ ਨੂੰ ਗਲਤ ਅਗਰ ਕਹਿਣਾ ਤਾਂ ਨੈਕਸਟ ਜਨਰੇਸ਼ਨ ਨੂੰ ਵੀ ਆਪਾਂ ਉਹ ਗੱਲ ਪਹੁੰਚਾ ਸਕੀਏ। ਹਾਂਜੀ ਮੈਮ, ਆਪਣਾ ਨਾਮ ਦੱਸੋ ਜੀ, ਤੇ ਅੱਜ ਇੱਥੇ ਕਿਹੜੇ ਕਾਰਨ ਲਈ ਆਏ ਤੁਸੀਂ, ਤੇ ਕੀ ਹੈ ਤੁਹਾਡੇ ਮਨ 'ਚ? ਸਿਮਰਨਜੀਤ ਕੌਰ ਗਿੱਲ ਮੇਰਾ ਨਾਮ ਆ ਜੀ। ਮੈਂ ਪੇਸ਼ੇ ਵਜੋਂ ਵਕੀਲ ਆ। ਖਾਲੜਾ ਸਾਹਿਬ ਜੀ ਦੀ ਬਰਸੀ ਦੇ ਉੱਤੇ ਇੱਥੇ ਆਏ ਆ। ਮੇਰੇ ਫਾਦਰ ਸਾਹਿਬ ਖੁਦ ਕੌਮ ਦੇ ਸ਼ਹੀਦ ਹੋਏ ਨੇ। ਸਰਦਾਰ ਹਾਕਮ ਸਿੰਘ ਫੌਜੀ ਉਰਫ ਬਘੇਲ ਸਿੰਘ ਬੱਬਰ ਦੇ ਨਾਮ ਨਾਲ ਜਾਣੇ ਜਾਂਦੇ ਸੀਗੇ। 6 ਜਨਵਰੀ 1993 ਨੂੰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀਗੀ। ਸੋ ਉਹਨਾਂ ਦੇ ਕਾਈਂਡ ਆਫ ਨਕਸ਼ੇ ਕਦਮ ਜਿਹੜੇ ਹਿਊਮਨ ਰਾਈਟਸ ਨੂੰ ਲੈ ਕੇ, ਜਿੱਥੇ ਜਿੱਥੇ ਵੀ ਜ਼ੁਲਮ ਹੁੰਦਾ ਆ ਤਾਂ ਉਹਦੇ ਖਿਲਾਫ ਜਿਹੜੇ ਲੋਕ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਆਵਾਜ਼ ਚੱਕਦੇ ਆਏ ਨੇ, ਤੇ ਜਿਨ੍ਹਾਂ ਦੇ ਵਿੱਚੋਂ ਮੈਂ ਖੁਦ ਮੰਨਦੀ ਹਾਂ ਕਿ 21ਵੀਂ ਸਦੀ ਦੇ ਜਿਹੜੇ ਆਪਣੇ ਸਭ ਤੋਂ ਵੱਡੇ ਐਕਟਿਵਿਸਟ, ਆਪਾਂ ਹਿਊਮਨ ਰਾਈਟ ਐਕਟਿਵਿਸਟ ਕਹਿ ਸਕਦੇ ਹਾਂ, ਉਹ ਖਾਲੜਾ ਸਾਹਿਬ ਨੇ। 25000 ਤੁਸੀਂ ਦੇਖੋ, 25 ਜਾਣਿਆਂ ਦਾ ਅੰਕੜਾ ਇਕੱਠਾ ਕਰਨਾ ਔਖਾ ਹੋ ਜਾਂਦਾ ਆ। ਨਾਲੇ ਅੱਜ ਕੱਲ੍ਹ ਤਾਂ ਸਾਡੇ ਕੋਲ RTI ਆ, ਠੀਕ ਹੈ, RTI ਆ, ਜਿਹੜੇ ਸਾਡਾ ਸੋਸ਼ਲ ਮੀਡੀਆ ਲੈ ਕੇ, ਇਲੈਕਟ੍ਰੋਨਿਕ ਮੀਡੀਆ ਲੈ ਕੇ ਹਰ ਚੀਜ਼ ਬਹੁਤ ਜਿਹੜੀ ਹੈਗੀ ਆ ਮਤਲਬ ਬੈਨੀਫਿਸ਼ਰੀ ਹੈਗੀ ਆ। ਬਟ ਉਸ ਸਮੇਂ ਦੇਖੋ ਕਿ ਜਦੋਂ ਨਾ ਕੋਈ ਕੰਪਿਊਟਰਾਈਜ਼ ਸਿਸਟਮ ਸੀ ਉਸ ਪ੍ਰੋਪਰ ਵੇ ਦਾ, ਠੀਕ, ਨਾ ਉਸ ਸਮੇਂ ਕੋਈ ਸੋਸ਼ਲ ਮੀਡੀਆ ਸੀ, ਨਾ ਆਵਾਜਾਈ ਦੇ ਉਸ ਲੈਵਲ ਦੇ ਸਾਧਨ ਸੀਗੇ, ਉਨੀਆਂ ਗੱਡੀਆਂ ਕਾਰਾਂ, ਉਨਾ ਕੁਛ ਨਹੀਂ ਹੁੰਦਾ ਸੀਗਾ। ਤਾਂ ਉਸ ਸਮੇਂ ਦੇ ਵਿੱਚ 25000 ਨੌਜਵਾਨਾਂ ਦਾ ਸਿਰਫ ਉਹਨਾਂ ਦੇ ਉਹ ਜਿਹੜਾ ਬਾਲਣ ਲਿਆ ਗਿਆ, ਜਿਹੜਾ ਸਰਕਾਰ ਨੇ ਬਾਲਣ ਖਰੀਦਿਆ, ਤੇ ਉਸ ਦੇ ਥਰੂ ਮਤਲਬ ਉਹਨਾਂ ਦੀ ਲਿਸਟ ਤਿਆਰ ਕਰਨਾ ਵੀ ਕਿੰਨੇ ਨੌਜਵਾਨਾਂ ਨੂੰ ਨਜਾਇਜ਼ ਜਿਹੜਾ ਹੈਗਾ ਪੁਲਿਸ ਨੇ ਚੱਕ ਕੇ ਮਾਰ ਦਿੱਤਾ ਗਿਆ, ਠੀਕ ਹੈ, ਜਿਨ੍ਹਾਂ ਦੇ ਝੂਠੇ ਮੁਕਾਬਲੇ ਬਣਾ ਕੇ ਲਾਸ਼ਾਂ ਸਾੜ ਦਿੱਤੀਆਂ ਗਈਆਂ। ਸਾੜ ਦਿੱਤੀਆਂ ਲਾਸ਼ਾਂ ਦੇ ਅੰਕੜੇ ਨੇ, ਜਿਹੜੀਆਂ ਨਹਿਰਾਂ 'ਚ ਸੁੱਟ ਦਿੱਤੀਆਂ ਉਹ ਤਾਂ ਪਤਾ ਹੀ ਨਹੀਂ ਕਿੰਨੀਆਂ ਹੋਣੀਆਂ ਨੇ। ਸੋ ਉਹੋ ਜਿਹਾ ਜਿਹੜਾ ਮਹਾਨ ਐਕਟਿਵਿਸਟ ਆ ਉਹ ਵਿਰਲਾ ਹੀ ਹੁੰਦਾ ਆ। ਸੋ ਉਹਨਾਂ ਦੀ ਜਿਹੜੀ ਸ਼ਹਾਦਤ ਆ, ਉਹਨਾਂ ਦੇ ਜਾਂ ਜਿਹੜੇ ਐਕਟਿਵਿਜ਼ਮ ਨੂੰ ਲੈ ਕੇ, ਜਿਹੜੇ ਹਿਊਮਨ ਰਾਈਟ ਐਕਟਿਵਿਜ਼ਮ ਨੂੰ ਲੈ ਕੇ ਜੋ ਉਹਨਾਂ ਦਾ ਅਪਰੋਚ ਸੀਗੀ, ਉਹ ਸਾਡੇ ਵਰਗਿਆਂ ਦੀ ਮਾਰਗਦਰਸ਼ਕ ਆ। ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੇ ਉਹਨਾਂ ਤੋਂ ਹੋਰ ਕੁਝ ਇੱਥੇ ਨਵਾਂ ਸਿੱਖ ਸਕਦੇ ਹਾਂ, ਉਸ ਲਈ ਇੱਥੇ ਪਹੁੰਚੇ। ਹੁਣ ਅੱਗੇ ਫਿਊਚਰ 'ਚ ਕੀ ਇਹਦੇ ਵਾਸਤੇ ਤੁਸੀਂ ਕੀ ਪਲੈਨਿੰਗ ਜਾਂ ਕੀ ਆਪਾਂ ਫਿਊਚਰ ਦੇ ਵਿੱਚ ਦੇਖੋ ਸਰ, ਜਿਹੜੀ ਮੇਰੀ ਆਪਣੀ ਪਰਸਨਲ, ਉਹ ਤਾਂ ਮੈਂ ਬਚਪਨ ਬਚਾਓ ਮੁਹਿੰਮ ਚਲਾਉਣੀ ਆ ਚਾਈਲਡ ਸੈਕਸ ਅਬਿਊਜ਼ ਦੇ ਅਗੇਂਸਟ, ਚਾਹੇ ਉਹ ਚਾਈਲਡ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਜਾਂ ਕਿਸੇ ਵੀ ਜੈਂਡਰ ਦਾ, ਜਿੱਥੇ ਵੀ ਬੱਚਿਆਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਸ਼ੋਸ਼ਣ ਹੁੰਦਾ, ਉਹ ਮੇਰੀ ਬਚਪਨ ਬਚਾਓ ਮੁਹਿੰਮ, ਉਹ ਤਾਂ ਮੇਰੀ ਚੱਲਦੀ ਰਹੂਗੀ, ਉਹ ਚੱਲਦੀ ਵੀ ਆ। ਪਰ ਜਦੋਂ ਮੈਂ ਖੁਦ ਜੇਲ੍ਹ ਤੋਂ ਬਾਹਰ ਆਈ ਸੀ ਤਾਂ ਹੁਣ ਮੈਂ ਜੋ ਦੇਖਦੀ ਹਾਂ ਕਿ ਮੇਰੇ ਫਾਦਰ ਸਾਹਿਬ ਹੋ ਗਏ, ਖਾਲੜਾ ਸਾਹਿਬ, ਉਹ ਕਿੰਨੇ ਨੌਜਵਾਨ, 25000 ਦਾ ਤਾਂ ਆਪਾਂ ਨੂੰ ਪਤਾ ਹੀ ਆ, ਹੈ ਨਾ, ਉਹ ਕਿੰਨੇ ਲੱਖਾਂ ਨੌਜਵਾਨ ਜਿਹੜੇ ਉਸ ਸਮੇਂ ਘਰਾਂ 'ਚੋਂ ਚੱਕ ਕੇ ਬਿਨਾਂ ਕਿਸੇ ਕਸੂਰ ਦੇ ਮਾਰ ਦਿੱਤੇ ਗਏ ਜਾਂ 3rd ਡਿਗਰੀ ਟੌਰਚਰ ਕੀਤਾ ਗਿਆ। ਮੈਂ ਕਹਿੰਦੀ ਹਾਂ ਕਿ ਮੈਂ ਇੱਕ ਵਕੀਲ ਆ, ਮੈਂ ਕਹਿੰਦੀ ਹਾਂ ਉਹਨਾਂ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਦੇ ਹਾਂ, ਜਾਂ ਲੋਕਾਂ ਦੇ ਹੱਕਾਂ ਦੀ ਕੁਛ ਤੋਂ ਫੀਸ ਲੈ ਕੇ ਕੁਛ ਦੇ ਬਿਨਾਂ ਫੀਸ ਦੇ ਅਸੀਂ ਮਦਦ ਕਰਦੇ ਹਾਂ। ਪਰ ਸਾਡੇ ਉਹਨਾਂ, ਮੈਂ ਬੀਇੰਗ ਆ ਡਾਟਰ, ਮੇਰੇ ਫਾਦਰ ਨੂੰ ਕੀ ਦੇਣਾ, ਜਾਂ ਮੇਰੇ ਫਾਦਰ ਵਰਗੇ ਹੋਰ ਲੋਕਾਂ ਨੂੰ ਕੀ ਦੇਣਾ। ਸੋ ਮੈਂ ਡਿਸਾਈਡ ਕੀਤਾ ਆ ਕਿ ਮੇਰੇ ਫਾਦਰ ਵੀ ਕੋਈ ਜੰਮਦੇ ਤਾਂ ਖਾੜਕੂ ਬਣ ਨਹੀਂ ਗਏ ਸੀ, ਉਹਨਾਂ ਨੂੰ ਵੀ ਹਾਲਾਤਾਂ ਨੇ ਬਣਾਇਆ ਸੀ। ਜਦੋਂ ਉਹਨਾਂ ਨੂੰ ਪਹਿਲੀ ਵਾਰ ਚੱਕ ਕੇ ਲੈ ਗਏ ਸੀਗੇ 86 ਦੇ ਵਿੱਚ ਹੀ ਚੱਕ ਕੇ ਲੈ ਗਏ, ਫਿਰ 89 ਤੋਂ ਤਾਂ ਮਤਲਬ ਹੱਦ ਹੋ ਗਈ ਸੀਗੀ। ਤੇ ਜਦੋਂ ਉਹਨਾਂ ਦੇ ਉੱਤੇ 500 ਝੂਠੀਆਂ ਵਾਰਦਾਤਾਂ ਪਾ ਦਿੱਤੀਆਂ ਗਈਆਂ, ਤੁਹਾਨੂੰ 3rd ਡਿਗਰੀ ਟੌਰਚਰ ਕਰਨਗੇ, ਤੁਹਾਡੇ ਕਰੰਟ ਲਾਇਆ ਜਾਊਗਾ, ਪੁੱਠੇ ਲਟਕਾ ਕੇ ਪਟੇ ਲਾਏ ਜਾਣਗੇ, ਘੋਟਾ ਫੇਰਿਆ ਜਾਊਗਾ, ਜਾਂ ਫਿਰ ਤੁਹਾਡੇ ਜਿਹੜੇ ਉਹਨਾਂ ਦੇ ਪ੍ਰਾਈਵੇਟ ਪਾਰਟਸ ਹੁੰਦੇ ਸੀ ਉਹਨਾਂ 'ਚ ਡੰਡਾ ਦਿੱਤਾ ਜਾਊਗਾ, ਤਾਂ ਫਿਰ ਕਿਹੜਾ ਬੰਦਾ ਜਿਹੜਾ ਹਥਿਆਰ ਨਹੀਂ ਚੱਕੂਗਾ? ਤੇ ਸਾਡੇ ਨਾਲ ਹੋਊਗਾ, ਅਸੀਂ ਵੀ ਹਥਿਆਰ ਚੱਕਾਂਗੇ। ਹਜੇ ਸਾਡੇ ਕੋਲ ਕਲਮ ਦੀ ਤਾਕਤ ਆ, ਤੇ ਜੇ ਉਸ ਕਲਮ ਦੇ ਨਾਲ ਉਹ ਲੜਾਈ ਲੜ ਸਕਦੇ ਆ ਤਾਂ ਮਰਦੇ ਦਮ ਤੱਕ ਲੜੂਗੇ। ਇਹੀ ਹੈ। ਠੀਕ ਹੈ। ਹਾਂਜੀ ਸਰ, ਆਪਣਾ ਕੀ ਨਾਮ ਹੈ ਜੀ, ਤੇ ਅੱਜ ਕਿਹੜੇ ਪਰਪਸ ਵਾਸਤੇ ਅਸੀਂ ਇੱਥੇ ਆਏ ਹਾਂ ਔਰ ਕੀ ਤੁਸੀਂ ਆਪਣੇ ਮਨ 'ਚ ਲੈ ਕੇ ਆਏ? ਸਤਿ ਸ਼੍ਰੀ ਅਕਾਲ ਜੀ, ਮੈਂ ਦੀਪ ਸਿੱਧੂ। ਪਰ ਅਸੀਂ ਅੱਜ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਬਰਸੀ ਆ,
ਤੇ ਭੋਗ ਦੀ ਸਮਾਪਤੀ ਸੀ। ਅਖੰਡ ਪਾਠ ਸਾਹਿਬ ਦਾ ਪਾਠ ਜਦੋਂ ਅਰਦਾਸ 'ਚ ਸ਼ਾਮਲ ਹੋਏ ਹਾਂ ਜੀ। ਸਾਡੀ ਕੌਮ ਦੇ ਮਹਾਨ ਸ਼ਹੀਦ ਆ, ਹਿਊਮਨ ਰਾਈਟ ਐਕਟਿਵਿਸਟ ਸੀ ਤੇ ਬਹੁਤ ਉਹਨਾਂ ਨੇ ਜਿਹੜੇ ਉਸ ਵੇਲੇ ਦੇ 20ਵੀਂ 21ਵੀਂ ਸਦੀ ਦੇ ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਦੇ ਬੱਚੇ ਖੋਹੇ ਸੀ ਉਹਨਾਂ ਲਈ ਬਹੁਤ ਕੰਮ ਕੀਤਾ। ਤੇ ਮੇਰੇ ਖਿਆਲ 'ਚ ਇਹ ਇਨਸਾਨੀਅਤ ਦੇ ਨਾਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਸਿੱਖ ਫਲਸਫੇ ਦੇ ਚੱਲਦੇ ਸਾਨੂੰ ਜਿਹੜੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ। ਸੋ ਕੁਛ ਸਾਡੇ ਕੋਲ ਸ਼ਖਸੀਅਤਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੇ ਸਾਡੇ ਨਾਇਕ ਮਹਾਨਾਇਕ ਬਣ ਜਾਂਦੇ ਆ, ਜਿਨ੍ਹਾਂ ਤੋਂ ਸਾਨੂੰ ਪ੍ਰੇਰਨਾ ਤੇ ਸੇਧ ਮਿਲਦੀ ਆ। ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਵੀ ਉਹਨਾਂ 'ਚੋਂ ਇੱਕ ਸੀ। ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਵੀ ਉਹਨਾਂ ਦੀ ਲੜਾਈ ਨੂੰ, ਉਹਨਾਂ ਦੇ ਜਜ਼ਬੇ ਨੂੰ ਅਸੀਂ ਅੱਗੇ ਲੈ ਕੇ ਚੱਲੀਏ। ਉਸੇ ਤਰ੍ਹਾਂ ਬੇਇਨਸਾਫੀ ਦੇ ਖਿਲਾਫ, ਉਸੇ ਤਰ੍ਹਾਂ ਜ਼ੁਲਮ ਦੇ ਖਿਲਾਫ, ਜ਼ਬਰ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਰੱਖੀਏ, ਲੜਾਈ ਜਾਰੀ ਰੱਖੀਏ। ਕਿਉਂਕਿ ਜੇ ਅਸੀਂ ਨਹੀਂ ਲੜਾਂਗੇ, ਇੱਕ ਜਾਗਰੂਕ ਇਨਸਾਨ ਦੇ ਤੌਰ ਤੇ ਅਸੀਂ ਨਹੀਂ ਵਿਚਰਾਂਗੇ, ਮੈਨੂੰ ਲੱਗਦਾ ਸਾਨੂੰ ਇਨਸਾਨ ਹੋਣ ਦਾ ਫਰਜ਼ ਜਿਹੜਾ ਉਹ ਅਸੀਂ ਪੂਰਾ ਨਹੀਂ ਕਰ ਪਾਵਾਂਗੇ। ਸੋ ਬੜਾ ਥੋੜ੍ਹਾ ਜਿਹਾ ਫਰਕ ਹੁੰਦਾ ਆਪਦੀ ਇੱਕ ਕੋਈ ਜ਼ਿੰਮੇਵਾਰੀ ਸਮਝਣ ਦਾ ਜਾਂ ਨਾ ਸਮਝਣ ਦਾ। ਸੋ ਮੇਰੇ ਖਿਆਲ 'ਚ ਸਾਨੂੰ ਆਪਦੀ ਜ਼ਿੰਮੇਵਾਰੀ ਸਾਡੀ ਧਰਤੀ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੀ ਕੌਮ ਪ੍ਰਤੀ ਸਮਝਣੀ ਚਾਹੀਦੀ ਹੈ ਤੇ ਉਹਦੇ ਲਈ ਸਾਨੂੰ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਬਾਕੀ ਹਾਕਮ ਬਾਈ ਜਿਹੜੇ ਇਹ ਪ੍ਰੈਕਟਿਸ ਕਰਦੇ ਆ ਜੀ, ਹਾਕਮ ਬਾਈ ਜੀ ਹਾਈ ਕੋਰਟ 'ਚ, ਪੰਜਾਬ ਹਰਿਆਣਾ ਹਾਈ ਕੋਰਟ 'ਚ, ਇਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸੰਗਠਿਤ ਕਰਕੇ ਕਿਹਾ ਵੀ ਇਹ ਜ਼ਰੂਰੀ ਆ ਆਪਾਂ ਇਹੋ ਜਿਹੇ ਸ਼ਹੀਦਾਂ ਲਈ, ਇਹੋ ਜਿਹੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਖੜੇ ਹੋਈਏ, ਉਹਨਾਂ ਦੇ ਦੁੱਖ ਸੁੱਖ 'ਚ ਸਾਂਝ ਆਪਦੀ ਦਈਏ। ਤਾਂ ਇਸ ਕਰਕੇ ਹਾਕਮ ਬਾਈ ਨਾਲ ਹੀ ਹੈ ਜੀ ਤੇ ਅਸੀਂ ਇੱਥੇ ਆਏ ਤੇ ਹਾਂਜੀ ਇਲੈਕਸ਼ਨ ਵੀ ਲੜੀ ਹੈ ਸਨੀ ਜੀ ਦੇ ਨਾਲ। ਹਾਂਜੀ ਤੇ ਤੁਸੀਂ ਜੋ ਇਸ ਵੇਲੇ ਜੋ ਰਵੱਈਆ ਹੈ ਸਰਕਾਰਾਂ ਦਾ ਹਾਂਜੀ ਖਾਲੜਾ ਜੀ ਦੇ ਪ੍ਰਤੀ ਅੱਜ ਦੀ ਡੇਟ ਨੂੰ ਲੈ ਕੇ, ਜੋ ਕੈਨੇਡਾ 'ਚ ਉਹਨਾਂ ਵਾਸਤੇ ਕੀਤਾ ਜਾ ਰਿਹਾ, ਜੋ ਇੰਡੀਆ 'ਚ ਹੋ ਰਿਹਾ, ਕੀ ਸਮਝਦੇ ਹੋ ਕੀ ਡਿਫਰੈਂਸ ਹੈਗਾ ਤੇ ਕਿਉਂ? ਦੇਖੋ, ਇੱਕ ਸੰਖੇਪ 'ਚ ਗੱਲ ਕਹਿਣੀ ਬੜੀ ਔਖੀ ਆ ਕਿਉਂਕਿ ਜਦੋਂ ਅਸੀਂ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ, ਇੰਡੀਅਨ ਸਟੇਟ ਦੀਆਂ ਜੜ੍ਹਾਂ ਜਿਹੜੀਆਂ ਉਹ ਜਿੱਥੇ ਪਈਆਂ ਤੁਹਾਨੂੰ ਉਹ ਸਮਝਣ ਦੀ ਜ਼ਰੂਰਤ ਹੈ ਇਹਦੇ ਲਈ। ਇਸ ਕਰਕੇ ਕੋਈ ਵੀ ਵਿਚਾਰਧਾਰਾ ਉਹਦੇ ਉਲਟ ਜੇ ਪੈਦਾ ਹੋਊਗੀ, ਕਿਉਂਕਿ ਇਹਨਾਂ ਦੀ ਇੱਕ ਭਾਰਤੀ ਕੌਮ ਸਿਰਜਣ ਦੀ ਜਿਹੜੀ ਜ਼ਿੱਦ ਆ, ਉਸ ਵਿਚਾਰਧਾਰਾ ਦੇ ਅਗੇਂਸਟ ਅਸੀਂ ਘੱਟ ਗਿਣਤੀ ਵਰਗ, ਤੁਸੀਂ ਕਹਿ ਲਓ ਪੰਜਾਬ 'ਚ ਪੰਜਾਬੀ ਜਾਂ ਤਾਮਿਲਨਾਡੂ 'ਚ ਤਾਮਿਲਨਾਡੂ ਵਾਲੇ, ਕਰਨਾਟਕ ਵਾਲੇ, ਉਵੇਂ ਕੇਰਲ ਵਾਲੇ, ਸਾਊਥ ਵਾਲੇ ਵੀ ਉਹ ਆਪਦੀ ਹੋਂਦ ਲਈ ਲੜ ਰਹੇ ਆ, ਕਸ਼ਮੀਰੀ ਆਪਦੀ ਹੋਂਦ ਲਈ ਲੜ ਰਹੇ ਆ। ਹੁਣ ਜੇ ਅਸੀਂ ਆਪਦੀ ਹੋਂਦ ਲਈ ਲੜਦੇ ਆ, ਇਹਨਾਂ ਨੂੰ ਉਹ ਗੱਲ ਚੁੱਭਦੀ ਆ ਕਿਉਂਕਿ ਇਹ ਵਖਰੇਵੇਂ ਖਤਮ ਕਰਨਾ ਚਾਹੁੰਦੇ ਆ। ਇਹ ਚਾਹੁੰਦੇ ਆ ਵੀ ਜਿਹੜੀ ਇੱਕਸਾਰਤਾ ਲੈ ਆਈਏ, ਇੱਕ ਕੌਮ ਸਿਰਜਦੀ ਐਂ ਕਦੇ ਨਹੀਂ ਹੁੰਦਾ। ਜਿਹੜੀ ਬਾਇਓਡਾਇਵਰਸਿਟੀ ਆ, ਜੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਵੇਂ ਹੀ ਹਿਊਮਨ ਡਾਇਵਰਸਿਟੀ, ਕਲਚਰ ਡਾਇਵਰਸਿਟੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਇੱਕਸਾਰਤਾ ਲਿਆਉਣ ਦੀ ਜਿਹੜੀ ਸਰਕਾਰਾਂ ਜਿੱਦ ਫੜ ਕੇ ਬੈਠੀਆਂ, ਬੀਜੇਪੀ, ਕਾਂਗਰਸ ਤਾਂ ਇੱਕ ਸਿਰਫ ਫਰੰਟ ਆ। ਅਸੀਂ ਉਹਨਾਂ ਦੀ ਵਿਚਾਰਧਾਰਾ ਦੇਖਾਂਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹਦੇ 'ਚ ਸਮਾਨਤਾ ਦਿਖੂਗੀ। ਪੋਲੀਟੀਕਲ ਡਿਫਰੈਂਸਿਸ ਇਹਨਾਂ ਦੇ ਜ਼ਰੂਰ ਹੋਣਗੇ। ਸੋ ਇਸ ਕਰਕੇ ਸਾਡੀ ਲੜਾਈ ਆਪਦੀ ਹੋਂਦ ਦੀ ਲੜਾਈ ਆ। ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ, ਮੈਨੂੰ ਐਂ ਲੱਗਦਾ ਕਸ਼ਮੀਰੀਆਂ ਨੇ ਸਮਝ ਲਿਆ ਵੀ ਉਹਨਾਂ ਦੀ ਹੋਂਦ ਦੀ ਲੜਾਈ ਆ, ਸਾਊਥ ਵਾਲਿਆਂ ਨੇ ਵੀ ਸਮਝ ਲਈ ਉਹਨਾਂ ਦੀ ਹੋਂਦ ਦੀ ਲੜਾਈ ਆ, ਪਰ ਪੰਜਾਬੀ ਨਹੀਂ ਸਮਝ ਸਕੇ ਵੀ ਸਾਡੀ ਹੋਂਦ ਦੀ ਲੜਾਈ ਆ। ਇਸ ਕਰਕੇ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਸੰਗਠਿਤ ਹੋਣਾ ਬਹੁਤ ਜ਼ਰੂਰੀ ਆ। ਸਾਡੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਆ, ਅਸੀਂ ਲੜਨਾ ਕਿਵੇਂ ਆ ਇਸ ਨਵੀਂ ਸਰਕਾਰ ਜਾਂ ਇਹਨਾਂ ਦੀ ਨਵੀਂ ਵਿਚਾਰਧਾਰਾ ਦੇ ਵਿਰੁੱਧ, ਇਹ ਬੜੀ ਤਰੀਕਾ ਤੇ ਸਲੀਕਾ ਇਹਦਾ ਕੀ ਹੋਣਾ ਚਾਹੀਦਾ, ਇਹ ਸਾਨੂੰ ਲੱਭਣਾ ਚਾਹੀਦਾ। ਇਹ ਸਾਨੂੰ ਸਿਰ ਜੋੜ ਕੇ ਬੈਠ ਕੇ ਸੰਵਾਦ 'ਚੋਂ ਕੋਈ ਗੱਲ ਪੈਦਾ ਕਰਨੀ ਚਾਹੀਦੀ ਹੈ। ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਇਸ ਵੇਲੇ। ਆਉਣ ਵਾਲੇ ਸਮੇਂ ਤੇ ਇੱਥੇ ਕੋਈ ਮੂਵੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ? ਹਾਂਜੀ ਮੇਰੀਆਂ ਤੁਸੀਂ ਦੇਖੋਗੇ ਜੇ ਫਿਲਮਾਂ ਵੀ ਇਸੇ ਵਿਸ਼ੇ ਨੂੰ ਲੈ ਕੇ ਹੁੰਦੀਆਂ, ਜੇ ਸਰਕਾਰਾਂ ਦੇ ਐਸਟੈਬਲਿਸ਼ਮੈਂਟ ਦੇ ਅਗੇਂਸਟ ਗੱਲਾਂ ਕਰਦੇ ਆ ਤੇ ਜਿਹੜੀ ਇੱਕ ਫਿਲਮ ਤਾਂ ਚਲੋ ਇੱਕ ਜ਼ਰੀਆ ਲੋਕਾਂ ਤੱਕ ਪਹੁੰਚਣ ਦਾ, ਪਰ ਮੈਨੂੰ ਐਂ ਲੱਗਦਾ ਸਾਨੂੰ ਫਿਲਮਾਂ ਤੋਂ ਉੱਤੇ ਉੱਠ ਕੇ ਐਜ਼ ਅ ਹਿਊਮਨ ਬੀਇੰਗ ਵੀ ਲੋਕਾਂ ਤੱਕ ਪਹੁੰਚਣਾ ਚਾਹੀਦਾ, ਲੋਕਾਂ ਨੂੰ ਜਗਾਉਣਾ ਚਾਹੀਦਾ ਜਾਂ ਆਪਦੇ ਨਾਲ ਜੋੜਨਾ ਚਾਹੀਦਾ, ਤਾਂ ਕਿ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਜ਼ ਆ, ਜਿੰਨਾ ਘਾਣ ਪੰਜਾਬ ਦਾ ਉਹਨਾਂ ਨੇ ਕੀਤਾ, ਉਹ ਸਾਰੇ ਵਰਗਾਂ ਦਾ ਹੋ ਰਿਹਾ। ਕਿਉਂਕਿ ਜਿਹੜਾ ਸਿਸਟਮ ਉਹਨਾਂ ਨੇ ਪੈਦਾ ਕਰਤਾ ਉਹ ਦਿਨ ਬ ਦਿਨ ਸਦੀਵੀ ਬਣਦਾ ਜਾ ਰਿਹਾ, ਪਰਪੈਚੂਏਟ ਹੋ ਰਿਹਾ। ਉਹ ਕਿਸੇ ਇੱਕ ਵਰਗ ਨੂੰ ਨਹੀਂ ਇਫੈਕਟ ਕਰ ਰਿਹਾ, ਸਾਰੇ ਵਰਗਾਂ ਨੂੰ ਹੀ ਇਫੈਕਟ ਕਰਦਾ, ਇੰਪੈਕਟ ਉਹਦਾ ਸਾਰੇ ਵਰਗਾਂ 'ਤੇ ਆਉਂਦਾ। ਇਸ ਕਰਕੇ ਮੈਨੂੰ ਐਂ ਲੱਗਦਾ ਇਹ ਸਾਰੇ ਪੰਜਾਬੀਆਂ ਦੀ ਲੜਾਈ ਆ। ਜਿਹੜਾ ਕੋਈ ਵਿਅਕਤੀ, ਜਿਹੜਾ ਕੋਈ ਵਰਗ ਇਸ ਧਰਤੀ 'ਤੇ ਵੱਸਦਾ, ਉਹਦੀ ਲੜਾਈ ਆ, ਸਾਡੀ ਹੋਂਦ ਦੀ ਲੜਾਈ ਆ, ਸਾਡੀ ਮਾਂ ਬੋਲੀ, ਸਾਡਾ ਵਾਤਾਵਰਨ, ਇਕਨੋਮਿਕ ਸਿਚੁਏਸ਼ਨਸ, ਸਾਡੀਆਂ ਪੋਲੀਟੀਕਲ ਸਿਚੁਏਸ਼ਨ, ਸੋਸ਼ਲ ਸਿਚੁਏਸ਼ਨ ਆ ਜਿਹੜੀ ਇਸ ਵੇਲੇ, ਇਹ ਸਾਰਾ ਇੰਟਰ ਰਿਲੇਟਡ ਆ। ਇਹਨਾਂ ਨੂੰ ਜੇ ਅਸੀਂ ਨਿਖੇੜ ਕੇ ਦੇਖਾਂਗੇ ਸਾਡਾ ਫੌਂ ਨਹੀਂ ਪੈਣਾ। ਸਾਨੂੰ
ਇਕੱਠਾ ਕਰਕੇ ਇਹਨਾਂ ਨੂੰ ਦੇਖਣਾ ਪਊਗਾ ਤੇ ਉਸ ਤੋਂ ਬਾਅਦ ਕੋਈ ਹੱਲ ਲੱਭਣਾ ਪੈਣਾ ਜੀ। ਜੀ ਸਰ ਆਪਣਾ ਨਾਮ ਤੇ ਅੱਜ ਜਿਹੜੇ ਪ੍ਰੋਗਰਾਮ 'ਚ ਆਪਾਂ ਸ਼ਿਰਕਤ ਕਰਨ ਆਏ ਹਾਂ ਜੀ ਉਹਦਾ ਕੀ ਕਾਰਨ ਹੈ ਜੀ? ਦੇਖੋ ਮੇਰਾ ਨਾਮ ਨਰੈਣ ਸਿੰਘ ਚੌੜਾ ਤੇ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 5ਵੀਂ ਸ਼ਹੀਦੀ ਬਰਸੀ ਸੀ ਤੇ ਉਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਨਹੀਂ, ਮਨੁੱਖੀ ਹੱਕਾਂ ਦੇ ਅਲੰਬਰਦਾਰ ਹੋਣ ਦੇ ਨਾਤੇ ਜਿਹੜੇ ਅਲੰਬਰਦਾਰ ਦੀ ਪਹਿਲੀ ਸ਼ਹਾਦਤ ਹੈ ਉਹਨਾਂ ਦੀ ਸ਼ਹਾਦਤ ਸੀ ਤੇ ਇਸ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਸਿਰਫ ਸਿੱਖ ਕੌਮ ਦਾ ਹੀ ਸਿਰ ਨਹੀਂ ਝੁਕਦਾ, ਪੂਰੀ ਇਨਸਾਨੀਅਤ ਜਿਹੜੀ ਮਨੁੱਖੀ ਹੱਕਾਂ ਦਾ ਦਰਦ ਰੱਖਦੀ ਆ ਉਹ ਸਾਰੀ ਇਨਸਾਨੀਅਤ ਹੀ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੀ ਹੈ। ਅੱਜ ਕੈਨੇਡਾ ਦੇ ਵਿੱਚ ਉਹਨਾਂ ਦਾ ਵੀਕ ਮਨਾਇਆ ਜਾ ਰਿਹਾ ਤੇ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਵਿੱਚ ਖਾਸ ਕਰ ਉਹ ਪਾਰਟੀ ਜਿਹੜੀ ਤੋਂ ਰਹੇ ਨੇ ਅਕਾਲੀ ਦਲ 'ਚ ਉਹਨਾਂ ਦਾ ਕੁਝ ਵੀ ਕੋਈ ਪਤਾ ਵੀ ਨਹੀਂ ਜਾਂ ਕਿਸੇ ਨੇ ਨਾਂ ਵੀ ਨਹੀਂ ਲਿਆ। ਜਥੇਦਾਰ ਸਾਹਿਬ ਦਾ ਅੱਜ ਮੈਸੇਜ ਜ਼ਰੂਰ ਆਇਆ ਲੇਕਿਨ ਅਕਾਲੀ ਦਲ ਦਾ ਕੋਈ ਮੈਸੇਜ ਨਹੀਂ। ਤੁਸੀਂ ਕੀ ਕਹਿਣਾ? ਵੇਖੋ ਉਹ ਜਿਹੜੀ ਪਾਰਟੀ ਆ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਚੁੱਕੀ ਆ। ਉਹ ਪਾਰਟੀ ਨੇ ਤੇ ਉਦੋਂ ਵੀ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ। ਭਾਈ ਜਸਵੰਤ ਸਿੰਘ ਖਾਲੜਾ ਨੂੰ ਜਦੋਂ ਘਰੋਂ ਇਲੀਗਲ ਤਰੀਕੇ ਦੇ ਨਾਲ ਚੁੱਕ ਕੇ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਜਾ ਰਹੇ ਸੀ, ਉਹਨਾਂ ਤੇ ਉਦੋਂ ਵੀ ਨਹੀਂ ਕੋਈ ਆਵਾਜ਼ ਉਠਾਈ। ਉਹਨਾਂ ਤੋਂ ਆਪਾਂ ਉਮੀਦ ਨਹੀਂ ਰੱਖ ਸਕਦੇ ਕਿਉਂਕਿ ਉਹ ਨੈਸ਼ਨਲ ਸੋਚ ਦੇ ਜਿਹੜੀ ਪ੍ਰੋ ਸਟੇਟ ਪ੍ਰੋ ਹਿੰਦੁਸਤਾਨ ਦੀ ਸੋਚ ਆ ਉਹਨੂੰ ਸਮਰਪਿਤ ਹੋ ਚੁੱਕੇ ਨੇ। ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਹੱਕਾਂ ਦੀ, ਸਿੱਖ ਕੌਮ ਦੀ ਉਹਨਾਂ ਨੂੰ ਕੋਈ ਵੀ ਉਹਨਾਂ ਨੂੰ ਦਰਦ ਨਹੀਂ ਆ ਤੇ ਨਾ ਸਿੱਖ ਕੌਮ ਤੇ ਪੰਜਾਬ ਤੇ ਇੱਥੇ ਹੋਏ ਜ਼ੁਲਮ ਦੇ ਵਿਰੁੱਧ ਲੜਨ ਵਾਲੇ ਜਿਹੜੇ ਸ਼ਹੀਦ ਹੋਏ ਆ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਉਹਨਾਂ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਆ। ਉਹ ਤੇ ਜ਼ਾਲਮ ਧਿਰ ਦੇ ਵਿੱਚ ਜ਼ਾਲਮ ਬਣ ਚੁੱਕੇ ਨੇ ਸ਼ਾਮਲ ਹੋ ਕੇ। ਇਸ ਕਰਕੇ ਜ਼ਾਲਮਾਂ ਨੇ ਕਦੀ ਵੀ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਤੇ ਉਹਨਾਂ ਤੋਂ ਸਾਨੂੰ ਕੋਈ ਵੀ ਉਮੀਦ ਨਹੀਂ ਰੱਖਣੀ ਚਾਹੀਦੀ। ਚੰਗਾ ਕੀਤਾ ਉਹ ਨਹੀਂ ਇੱਥੇ ਆਏ ਕਿਉਂਕਿ ਉਹਨਾਂ ਤੋਂ ਇਹੋ ਹੀ ਉਮੀਦ ਸੀ। ਇਹ ਜਿਹੜਾ ਜੀ ਯੂ ਟਰਨ ਲਿਆ ਐਸਜੀਪੀਸੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਜਾਂ ਉਹਨਾਂ ਦੇ ਸਿਧਾਂਤਾਂ ਨਾਲ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੀ ਹਕੂਮਤ, ਉਸ ਵੇਲੇ ਦੇ ਜਿਹੜੇ ਹਾਕਮ ਸਨ ਉਹਨਾਂ ਨਾਲ ਟੱਕਰ ਲਈ ਤੇ 10 ਜਾਮਿਆਂ 'ਚ 250 ਸਾਲਾਂ 'ਚ ਉਹ ਰੂਹਾਂ ਸਿਰਜੀਆਂ ਜਿਹੜੀਆਂ ਹਕੂਮਤਾਂ ਦੇ ਨਾਲ ਉਹਨਾਂ ਦੇ ਜ਼ੁਲਮ ਤੇ ਜ਼ਬਰ ਦੇ ਨਾਲ ਟੱਕਰ ਲੈ ਸਕਣ, ਉਹਨਾਂ ਦੇ ਅੱਗੇ ਖੜ ਕੇ ਇਤਿਹਾਸ ਦੀ ਕੋਈ ਵਗਦੀ ਧਾਰਾ ਨੂੰ ਦੂਜੇ ਪਾਸੇ ਮੋੜ ਸਕਣ। ਕਿਉਂਕਿ ਸਾਡੇ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੁੰਦੀ ਆ। ਦੋ ਤਰ੍ਹਾਂ ਦੇ ਮਹਾਨ ਇਤਿਹਾਸ 'ਚ ਜਿਹੜੇ ਸ਼ਖਸੀਅਤਾਂ ਜਾਂ ਸਾਡੇ ਨਾਇਕ ਬਣਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਨਾਇਕ ਉਹ ਹੁੰਦੇ ਆ ਜਿਹੜੇ ਇਤਿਹਾਸ ਦੇ ਵਗਦੀ ਧਾਰਾ ਦੇ ਨਾਲ ਕੁਝ ਮਹਾਨ ਕੰਮ ਜਾਂ ਮਹਾਨ ਕਾਰਨਾਮੇ ਕਰ ਜਾਂਦੇ ਆ ਤੇ ਇੱਕ ਨਾਇਕ ਜਾਂ ਮਹਾਨਾਇਕ ਉਹ ਹੁੰਦੇ ਆ ਜਿਹੜੀ ਇਤਿਹਾਸ ਦੀ ਵਗਦੀ ਧਾਰਾ ਦੇ ਉਲਟ ਜਾਂ ਉਹਦੇ ਸਾਹਮਣੇ ਖੜ ਕੇ ਕੌਮ ਲਈ ਜਾਂ ਇਨਸਾਨੀਅਤ ਲਈ ਔਰ ਉਸ ਕਿਸੇ ਵੀ ਹਾਲਾਤਾਂ ਦੇ ਜਿਵੇਂ ਉਸ ਹੁਕਮਰਾਨ ਆ ਉਸ ਵੇਲੇ ਉਹ ਉਸ ਸਮੇਂ ਦੀ ਸਰਕਾਰ ਆ ਉਹਦੇ ਅਗੇਂਸਟ ਲੜਾਈ ਲੜਨੀ, ਉਹ ਲੜਾਈ ਵਿੜਦੇ ਹੀ ਲੜਦੇ ਆ ਤੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਦਿੰਦੇ ਆ। ਤੇ ਜਦੋਂ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ ਜਾਂ ਸਾਡੇ ਕੌਮੀ ਸ਼ਹੀਦਾਂ ਦੀ ਗੱਲ ਕਰਦੇ ਹਾਂ, ਬਹੁਤ ਸਾਡੀ ਸਿੱਖ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਮੋਸਟਲੀ ਜਿਹੜੇ ਮੈਨੂੰ ਐਂ ਲੱਗਦਾ ਨਾਇਕ ਜਾਂ ਮਹਾਨਾਇਕ ਹੋਏ ਆ ਜਿਵੇਂ ਹੁਣ ਵਾਲੇ ਸਮੇਂ 'ਚ ਜਿਵੇਂ ਜਦੋਂ ਦੀ ਮੈਨੂੰ ਸੁਣਦਾ ਉਸ ਸਮੇਂ 'ਚ ਅਸੀਂ ਸਾਡੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਮਹਾਨਾਇਕ ਅਸੀਂ ਕੌਮੀ ਸ਼ਹੀਦ ਕੌਮ ਦੇ ਉਵੇਂ ਹੀ ਜਸਵੰਤ ਸਿੰਘ ਖਾਲੜਾ ਜੀ ਇਹ ਵੀ ਸਾਡੇ ਮਹਾਨਾਇਕ ਆ ਕਿਉਂਕਿ ਇਹਨਾਂ ਨੇ ਇਤਿਹਾਸ ਦੀ ਵਗਦੀ ਧਾਰਾ ਦੇ ਉਲਟ ਹੁਕਮਰਾਨਾਂ ਨਾਲ ਲੜਾਈ ਵਿੱਢੀ ਤੇ ਉਹ ਲੜਾਈ ਵਿੱਢੀ ਕਿਸੇ ਨਾ ਕਿਸੇ ਸਿਰੇ ਤੇ ਕਿਸੇ ਟੀਚੇ ਨੂੰ ਲੈ ਕੇ ਮਿੱਥੀ ਗਈ ਤੇ ਮੈਨੂੰ ਲੱਗਦਾ ਉਹ ਲੜਾਈ ਸਾਨੂੰ ਜਾਰੀ ਰੱਖਣੀ ਚਾਹੀਦੀ ਆ। ਸਾਡੀ ਜਿਹੜੀ ਲੜਾਈ ਆ ਉਹ ਇਸ ਇੰਡੀਅਨ ਸਟੇਟ ਨਾਲ ਆ, ਕਿਸੇ ਖਾਸ ਵਰਗ ਨਾਲ ਨਹੀਂ। ਅਸੀਂ ਕਿਸੇ ਹਿੰਦੂਆਂ ਨਾਲ ਨਹੀਂ ਲੜ ਰਹੇ, ਦਲਿਤ ਭਰਾਵਾਂ ਨਾਲ ਨਹੀਂ ਲੜ ਰਹੇ, ਕਿਸੇ ਹੋਰ ਕਿਸੇ ਵਰਗ ਨਾਲ ਸਾਡੀ ਲੜਾਈ ਨਹੀਂ ਆ। ਅਸੀਂ ਤਾਂ
ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦਾ ਫਲਸਫਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਨੂੰ ਸਾਡੇ ਲਈ ਸਾਰੇ ਇੱਕ ਅਸੀਂ ਇਨਸਾਨੀਅਤ ਦੀ ਲੜਾਈ ਲੜੀ ਹੋਈ ਆ, ਆਪਦੇ ਇਨਸਾਫ ਵਾਸਤੇ ਲੜਦੇ ਆ। ਸਾਡੀ ਧਰਤੀ, ਸਾਡੀ ਜ਼ਮੀਨ, ਸਾਡੀ ਮਿੱਟੀ, ਸਾਡੇ ਲੋਕਾਂ ਲਈ ਲੜਦੇ ਆ। ਸੋ ਗੱਲ ਬੜੀ ਜਿਹੜੀ ਮੈਂ ਕਹਿਣੀ ਚਾਹੁੰਦਾ, ਕਿੰਨੀ ਸੰਖੇਪ ਚ ਗੱਲ ਕਹੀ ਹੈ, ਕਹਿਣੀ ਬੜੀ ਔਖੀ ਹੁੰਦੀ ਆ। ਸੋ ਪਰ ਗੱਲ ਇਹ ਆ ਵੀ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਜਾਂ ਸਰਕਾਰਾਂ, ਇਹਨਾਂ ਨੇ ਪੰਜਾਬ ਨਾਲ, ਪੰਜਾਬ ਦੇ ਪਾਣੀਆਂ ਨਾਲ, ਇੱਥੋਂ ਦੇ ਵਾਤਾਵਰਨ ਨਾਲ, ਸਾਡੀ ਮਿੱਟੀ ਨਾਲ ਗਦਾਰੀ ਕੀਤੀ ਹੈ। ਤੇ ਜੇ ਅਸੀਂ ਨਹੀਂ ਜਾਗੇ ਜਾਂ ਨਹੀਂ ਸਮਝਦੇ ਤਾਂ ਇਹ ਗਦਾਰੀਆਂ ਕਰਦੇ ਰਹਿਣਗੇ। ਸਾਨੂੰ ਮਾੜਾ ਮੋਟਾ ਕੋਈ ਵਾਅਦੇ ਕਰਕੇ ਕਿ ਅਸੀਂ ਇੱਕ ਅੱਧਾ ਵਾਅਦਾ ਸਾਡੇ ਨਾਲ ਕਰ ਦਿੰਦੇ ਆ, ਅਸੀਂ ਕੋਈ ਮੋਰਚਾ ਵਿੜਦੇ ਆ, ਉੱਥੇ ਉਹ ਵਾਅਦੇ ਕਰ ਜਾਂਦੇ ਆ, ਸਾਡੀ ਹੁਣ ਦਿੱਲੀ ਨਾਲ ਗੱਲ ਹੋ ਗਈ, ਅਸੀਂ ਉੱਧਰ ਨੂੰ ਹੀ ਉੱਲਰ ਜਾਂਦੇ ਆ ਤੇ ਮੁੜ ਕੇ ਉਹ ਮੋਰਚਾ ਵੀ ਕਿਤੇ ਪਿੱਛੇ ਛੱਡ ਦਿੰਦੇ ਆ। ਤੇ ਫਿਰ ਜਿਵੇਂ ਸਾਡੇ ਸਾਹਮਣੇ ਬਰਗਾੜੀ ਦਾ ਮੋਰਚਾ ਲਾਇਆ ਸੀ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਿਲਾ ਕੇ ਗਏ, ਉਹਦਾ ਇਨਸਾਫ ਮੰਗਿਆ ਤੇ ਸਾਡੇ ਤੇ ਗੋਲੀਆਂ ਚਲਾਤੀਆਂ ਇਹਨਾਂ ਨੇ। ਹੁਣ ਗੋਲੀਆਂ ਚਲਾਤੀਆਂ, ਅਸੀਂ ਜਿਹੜਾ ਅਸਲ ਗੱਲ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅੱਜ ਤੱਕ ਸਾਡੇ ਸਾਹਮਣੇ ਕਿਸੇ ਨੇ ਆ ਕੇ ਸਾਨੂੰ ਜਵਾਬ ਨਹੀਂ ਦਿੱਤਾ। ਪਰ ਉਸ ਤੋਂ ਬਾਅਦ ਅਸੀਂ ਜਵਾਬ ਬਰਗਾੜੀ ਦੇ ਮੋਰਚੇ ਦੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਮੰਗਣ ਲੱਗ ਗਏ। ਕਿਸੇ ਚੀਜ਼ ਦਾ ਕੋਈ ਇਨਸਾਫ ਨਹੀਂ ਹੈ ਜਦੋਂ ਤੱਕ ਅਸੀਂ ਸੰਗਠਿਤ ਨਹੀਂ ਹੋਵਾਂਗੇ, ਸਿਰ ਜੋੜ ਕੇ ਨਹੀਂ ਬੈਠਾਂਗੇ ਤੇ ਸਿਰ ਜੋੜ ਕੇ ਬੈਠ ਕੇ ਸੰਵਾਦ ਨਹੀਂ ਕਰਾਂਗੇ, ਕਿਉਂਕਿ ਦਿਮਾਗ ਚੋਂ ਕੁਝ ਨਹੀਂ ਨਿਕਲਣਾ। ਜਦੋਂ ਸਾਡੀ ਕੌਮ ਨੂੰ ਜਾਂ ਸਾਨੂੰ ਸੰਵਾਦ ਕਰਨਾ ਆ ਗਿਆ, ਉਹਦੇ ਚੋਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸੋ ਜਸਵੰਤ ਸਿੰਘ ਖਾਲੜਾ ਜੀ ਦੀ ਜੇ ਗੱਲ ਕਰੀਏ, ਸ਼ਹਾਦਤਾਂ ਦੇਣੀਆਂ ਬਹੁਤ ਔਖੀਆਂ ਹੁੰਦੀਆਂ। ਹਰ ਬੰਦਾ ਜਾਂ ਹਰ ਤੁਸੀਂ ਕੋਈ ਵੀ ਦੁਨੀਆ ਦੀ ਕੌਮ ਤੁਸੀਂ ਉਹਨਾਂ ਦਾ ਇਤਿਹਾਸ ਦੇਖ ਲਓ, ਬੜੀਆਂ ਔਖੀਆਂ ਸ਼ਹਾਦਤਾਂ ਦੇਣੀਆਂ, ਪਰ ਸ਼ਹਾਦਤਾਂ ਨੂੰ ਸਾਂਭਣਾ ਕੌਮ ਵਾਸਤੇ ਤੇ ਪਰਿਵਾਰ ਵਾਸਤੇ ਉਹ ਤੋਂ ਵੀ ਔਖਾ ਹੁੰਦਾ। ਸੋ ਮੇਰੇ ਖਿਆਲ 'ਚ ਸਾਡੇ ਮਾਤਾ ਜੀ ਬੈਠੇ ਆ, ਇਹਨਾਂ ਨੇ ਉਹ ਜਿਹੜੀ ਲੜਾਈ ਲੜੀ ਆ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜਾਣ ਤੋਂ ਬਾਅਦ, ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਉਹਨੂੰ ਅਸੀਂ ਪ੍ਰਣਾਮ ਕਰਦੇ ਹਾਂ, ਤੁਹਾਡੇ ਜਜ਼ਬੇ ਨੂੰ ਵੀ ਪ੍ਰਣਾਮ ਕਰਦੇ ਹਾਂ। ਇਹ ਬਹੁਤ ਵੱਡੀ ਗੱਲ ਆ ਤੇ ਇਹਨਾਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਤੇ ਪ੍ਰੇਰਨਾ ਲੈਣੀ ਚਾਹੀਦੀ ਆ। ਜੇ ਅਸੀਂ, ਕਿਉਂਕਿ ਸ਼ਖਸੀਅਤਾਂ ਇਤਿਹਾਸ ਦੀਆਂ ਉਹੀ ਹੁੰਦੀਆਂ ਜਿਹੜੀਆਂ ਸਾਨੂੰ ਪ੍ਰੇਰਨਾ ਤੇ ਸੇਧ ਦੇਣ। ਜੇ ਪ੍ਰੇਰਨਾ ਤੇ ਸੇਧ ਕੋਈ ਸ਼ਖਸੀਅਤ ਇਤਿਹਾਸ ਦੀ ਨਹੀਂ ਦਿੰਦੀ ਤੇ ਅਸੀਂ ਉਹਦੇ ਲਈ ਵੀ ਜੁੜ ਕੇ ਬੈਠਦੇ ਹਾਂ, ਉਹਦਾ ਫਿਰ ਬੁੱਤ ਪ੍ਰਸਤੀ ਹੋ ਜਾਂਦੀ ਆ। ਸੋ ਇਹੀ ਕਹਿੰਦੇ ਹੋਏ ਮੈਂ ਇੱਕ ਵਾਰੀ ਫੇਰ ਤੁਹਾਨੂੰ ਅਰਦਾਸ ਕਰਦਾ ਜੀ ਵੀ ਆਪਾਂ ਜੁੜ ਕੇ ਬੈਠੀਏ, ਕਲੈਕਟਿਵ ਕੌਨਸ਼ੀਅਸਨੈਸ ਆਪਦੇ 'ਚ ਪੈਦਾ ਕਰੀਏ। ਬਾਕੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਗੱਲ ਚਾਹੇ ਬਾਕੀ ਨੌਜਵਾਨਾਂ ਦੀ ਹੋਵੇ ਜਾਂ ਦੀਪ ਸਿੱਧੂ ਦੀ, ਹਮੇਸ਼ਾ ਬੇਬਾਕੀ ਦੇ ਨਾਲ ਕੌਮੀ ਮਸਲਿਆਂ ਦੇ ਉੱਤੇ ਆਪਣੇ ਵਿਚਾਰ ਸੰਗਤ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਹਮੇਸ਼ਾ ਸਾਂਝੇ ਕਰਦੇ ਰਹਿੰਦੇ ਨੇ। ਬਹੁਤ ਸਾਰੇ ਅਜਿਹੇ ਮਸਲੇ ਵੀ ਉਹਨਾਂ ਨੇ ਸਾਂਝੇ ਕੀਤੇ ਨੇ ਇੱਕ ਠੋਕੇ, ਜਿਨ੍ਹਾਂ ਦੇ ਉੱਤੇ ਬਹੁਤਾਤ ਲੋਕ ਗੱਲ ਕਰਨ ਤੋਂ ਕਤਰਾਉਂਦੇ ਨੇ। ਫਿਰ ਗੱਲ ਚਾਹੇ 84 ਦੀ ਹੋਵੇ, ਬੇਅਦਬੀਆਂ ਦੀ ਹੋਵੇ, ਜਾਂ ਬਹਿਬਲ ਕਲਾਂ ਗੋਲੀ ਕਾਂਡ ਦੀ, ਤੇ ਜਾਂ ਸਾਡੇ ਘਟੀਆ ਸਿਆਸਤਦਾਨਾਂ ਦੀ। ਇਹ ਉਹ ਨੌਜਵਾਨ ਹੈ ਜਿਸ ਨੇ ਸਨੀ ਦਿਓਲ ਤੱਕ ਦੇ ਮੂੰਹ ਤੋਂ ਨਕਾਬ ਲਾ ਕੇ ਸੁੱਟ ਦਿੱਤਾ ਸੀ ਕਿ ਜਦੋਂ ਬੀਜੇਪੀ ਵਾਸਤੇ ਉਹ ਸਨੀ ਦਿਓਲ ਦੇ ਮੋਢੇ ਨਾਲ ਮੋਢਾ ਲਾ ਕੇ ਰੈਲੀਆਂ ਦੇ ਵਿੱਚ ਸ਼ਾਮਿਲ ਹੋਏ ਸਨ, ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਆਖਿਰ RSS ਦਾ ਜਾਂ ਬੀਜੇਪੀ ਦਾ ਏਜੰਡਾ ਕੀ ਹੈ। ਪਰ ਜਿੱਦਾਂ ਹੀ ਇਸ ਨੌਜਵਾਨ ਨੂੰ ਅਸਲ ਏਜੰਡਾ ਪਤਾ ਲੱਗਿਆ ਤਾਂ ਇਸ ਨੌਜਵਾਨ ਨੇ ਭਾਜਪਾ ਤੋਂ ਤੇ ਸਨੀ ਦਿਓਲ ਤੋਂ ਵੀ ਕਿਨਾਰਾ ਕਰ ਲਿਆ, ਕਿਉਂਕਿ ਇਹ ਨੌਜਵਾਨ ਸਮਝ ਗਿਆ ਸੀ ਕਿ ਭਗਵੇਂ ਏਜੰਡਿਆਂ ਹੇਠ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਸਾਜ਼ਿਸ਼ਾਂ ਇਹਨਾਂ ਦੀਆਂ ਕਦੇ ਕਾਮਯਾਬ ਨਹੀਂ ਹੋਣੀਆਂ, ਕਿਉਂਕਿ ਉਹ ਗੰਗੂ ਦੀਆਂ ਔਲਾਦਾਂ ਹੀ ਨੇ ਜਿਹੜੀਆਂ ਅੱਜ ਵੀ ਦੇਖਣ ਨੂੰ ਬੇਸ਼ੱਕ ਸਿੱਖਾਂ ਵਰਗੇ ਲੱਗਦੇ ਨੇ, ਕਹਿਣ ਨੂੰ ਬੇਸ਼ੱਕ ਪੰਜਾਬੀ ਕਹਾਉਂਦੇ ਨੇ, ਪਰ ਮਸੰਦਾਂ ਦਾ ਰੋਲ ਅਦਾ ਕਰਦੇ ਨੇ, ਕੌਮ ਨੂੰ ਢਾਹ ਲਾਉਂਦੇ ਨੇ। ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇਕਜੁੱਟ ਇਕਮੁੱਠ ਹੋਈਏ ਤਾਂ ਜੋ ਇਹ ਭਗਵਿਆਂ ਏਜੰਡਿਆਂ ਦੀ ਚੱਲ ਰਹੀ ਘਟੀਆ ਰਾਜਨੀਤੀ ਨੂੰ ਖਤਮ ਕਰ ਸਕੀਏ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇੱਕ ਚੰਗੀ ਰਣਨੀਤੀ ਤਿਆਰ ਕਰ ਸਕੀਏ। ਤੇ ਇਹ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇਕਰ ਅਸੀਂ ਕੌਮ ਵਿੱਚ ਪਾਏ ਹੋਏ ਸਾਰੇ ਪਾੜ ਮੁਕਾ ਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਹਾਂ ਦਾ ਨਾਰਾ ਮਾਰਾਂਗੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।